ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ, ਹਾਜ਼ਰ ਹਾਂ ਅੱਜ ਦੇ ਕੁਝ ਮੁੱਦੇ, ਅੱਜ ਦੀਆਂ ਕੁਝ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਨ ਲਈ, ਜਿਹਦੇ ਬਾਰੇ ਬ੍ਰਿਟਿਸ਼ ਕੋਲੰਬੀਆ, ਸਰੀ, ਵੈਨਕੂਵਰ ਜਾਂ ਕੈਨੇਡਾ ਦੇ ਵਿੱਚ ਗੱਲਬਾਤ ਚੱਲਦੀ ਰਹੀ ਹੈ, ਜਾਂ ਵਿਸ਼ਵ ਦੇ ਵਿੱਚ ਕੁਝ ਮਸਲੇ ਜਿਨ੍ਹਾਂ ਨੇ ਸਾਨੂੰ ਪ੍ਰਭਾਵਿਤ ਕੀਤਾ, ਜਿਹਦੇ ਬਾਰੇ ਅਖਬਾਰਾਂ ਦੇ ਵਿੱਚ ਖਬਰਾਂ ਛਪੀਆਂ, ਸੁਰਖੀਆਂ ਛਪੀਆਂ। ਸਭ ਤੋਂ ਪਹਿਲੀ ਗੱਲ ਸਰੀ ਤੋਂ ਸ਼ੁਰੂ ਕਰਦੇ ਹਾਂ। ਸਰੀ ਦੇ ਵਿੱਚ ਮੇਅਰ ਦੀ ਦੌੜ ਦੇ ਲਈ ਗੱਲਬਾਤ ਸ਼ੁਰੂ ਹੋ ਗਈ ਹੈ, ਚਰਚਾ ਸ਼ੁਰੂ ਹੋ ਗਈ ਹੈ। ਹਾਲਾਂਕਿ ਇਲੈਕਸ਼ਨ, ਸਿਵਿਕ ਇਲੈਕਸ਼ਨ ਅਕਤੂਬਰ ਦੇ ਵਿੱਚ 15 ਅਕਤੂਬਰ ਨੂੰ ਹੋਣੀ ਹੈ, ਸ਼ਨੀਵਾਰ ਦਾ ਉਸ ਦਿਨ ਆ, ਉਸ ਦਿਨ ਇਲੈਕਸ਼ਨ ਹੋਣੀ ਹੈ। ਪਰ ਹੁਣ ਤੋਂ ਹੀ ਇਹਦੇ ਬਾਰੇ ਗੱਲਾਂ ਬਾਤਾਂ ਚੱਲ ਰਹੀਆਂ ਕਿ ਮੇਅਰ ਕਿਹਨੇ ਬਣਨਾ। ਥੋੜ੍ਹਾ ਚਿਰ ਪਹਿਲਾਂ ਜਿਨੀ ਸਿਮਸ ਦਾ ਨਾਂ ਸਾਹਮਣੇ ਆਇਆ ਸੀ, ਫਿਰ ਹੈਰੀ ਬੈਂਸ ਉਹਨਾਂ ਦਾ ਨਾਂ ਸਾਹਮਣੇ ਆਇਆ, ਅਤੇ ਹੁਣ ਸੁਖ ਧਾਲੀਵਾਲ ਉਹਨਾਂ ਦਾ ਨਾਂ ਸਾਹਮਣੇ ਆ ਰਿਹਾ। ਮੇਅਰ ਮੁਕੱਲਮ ਨੇ ਵੀ ਇਹ ਅਨਾਊਂਸ ਕਰ ਚੁੱਕਿਆ ਕਿ ਇਲੈਕਸ਼ਨ ਦੁਬਾਰਾ ਲੜਨੀ ਆ, ਉਹ ਦੁਬਾਰਾ ਇਸ ਵਾਰੀ ਚੋਣ ਲੜ ਰਹੇ ਆ। ਪੁਰਾਣੇ ਸਿਆਸਤਦਾਨ ਨੇ, ਕੁਛ ਕੁ ਹੋਰ ਨਾਂ ਇਹਦੇ ਵਿੱਚ ਆਏ ਨੇ। ਅੱਜ ਸੁਖ ਧਾਲੀਵਾਲ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ, ਉਹਨਾਂ ਤੋਂ ਪੁੱਛਾਂਗੇ ਕਿ ਕੀ ਉਹ ਸੱਚਮੁੱਚ ਇਲੈਕਸ਼ਨ ਲੜ ਰਹੇ ਆ ਜਾਂ ਸਿਰਫ ਰੌਲਾ ਗੋਲਾ ਹੀ ਆ। ਇੱਥੇ ਵੀ ਦੱਸਣਾ ਚਾਹੁੰਦੇ ਹਾਂ ਕਿ ਮੁਕੱਲਮ ਸਭ ਤੋਂ ਪਹਿਲਾਂ 1993 ਦੇ ਵਿੱਚ ਕੌਂਸਲ ਦੇ ਵਿੱਚ ਆਏ ਸੀ। ਉਹਦੇ ਤੋਂ ਬਾਅਦ ਇਹ 3 ਸਾਲ ਬਾਅਦ ਫਿਰ ਮੇਅਰ ਬਣ ਗਏ ਸੀ ਸਰੀ ਦੇ। ਮੁੜ ਕੇ ਰੀਇਲੈਕਟ ਹੋਏ 1999 ਦੇ ਵਿੱਚ, ਫਿਰ 2002 ਦੇ ਵਿੱਚ, ਅਤੇ ਫਿਰ ਜਦੋਂ ਇਹਨਾਂ ਨੂੰ ਡਾਇਨ ਵਾਟਸ ਨੇ 2005 ਦੇ ਵਿੱਚ ਹਰਾਇਆ ਸੀ, ਉਦੋਂ ਤੱਕ ਇਹ ਮੇਅਰ ਰਹੇ। ਫਿਰ ਪੋਲੀਟਿਕਸ ਛੱਡ ਗਏ ਸੀ, ਸਿਆਸਤ ਛੱਡ ਗਏ ਸੀ। 2014 ਦੇ ਵਿੱਚ ਫਿਰ ਵਾਪਸ ਆਏ। ਹੈਪਨਰ ਜਦੋਂ ਉੱਥੋਂ ਚਲੇ ਗਏ, ਅਤੇ ਟੌਮ ਗਿੱਲ ਜਿਹੜੇ 13 ਸਾਲ ਕੌਂਸਲਰ ਆਏ, ਉਹ ਪਿਛਲੀ ਇਲੈਕਸ਼ਨ ਲੜੇ ਸੀ, ਕਾਫੀ ਚਰਚਾ ਦੇ ਵਿੱਚ ਸੀ, ਪਰ ਇਲੈਕਸ਼ਨ ਹਾਰ ਗਏ ਸੀ। ਹੁਣ ਜਦੋਂ ਮੇਅਰ ਮੁਕੱਲਮ ਦੇ ਉੱਤੇ ਬਹੁਤ ਸਾਰੀਆਂ ਗੱਲਾਂ ਬਾਤਾਂ, ਕੰਟਰੋਵਰਸੀਜ਼ ਜਿਹੜੀਆਂ ਕੀਪ ਦਾ ਸਰੀ RCMP ਵਾਲੇ ਮਾਮਲੇ ਦੇ ਵਿੱਚ ਹੀ ਚੱਲ ਰਹੀ ਹੈ। ਕੱਲ੍ਹ ਉਹ ਤਰੀਕ ਭੁਗਤ ਕੇ ਵੀ ਆਏ ਆ ਇਸ ਮਾਮਲੇ ਦੇ ਵਿੱਚ, ਤਾਂ ਇਹ ਹੋਰ ਵੀ ਗੱਲ ਚਰਚਾ ਦੇ ਵਿੱਚ ਆ ਜਾਂਦੀ ਹੈ ਕਿ ਸਰੀ ਦਾ ਮੇਅਰ ਕੌਣ ਬਣਦਾ। ਬਰੂਸ ਹਿਆਨ ਪਿਛਲੀ ਵਾਰੀ ਉਹਨਾਂ ਨੇ ਵੀ ਚੋਣ ਲੜੀ ਸੀ, ਹਾਰ ਗਏ ਸੀਗੇ। ਕਈ ਕੁਛ ਜਿਹੜੀ ਸਲੇਟ ਮੁਕੱਲਮ ਉਹਨਾਂ ਦੇ ਨਾਲ ਸੀ, ਉਹ ਵੀ ਬਹੁਤੀ ਸਾਰੀ ਟੁੱਟ ਗਈ ਆ, ਅਤੇ ਉਹਦੇ ਤੋਂ ਬਾਅਦ ਹੁਣ ਸਮੀਕਰਨ ਟੋਟਲ ਬਦਲ ਚੁੱਕੇ ਆ। ਬ੍ਰਿਟਿਸ਼ ਕੋਲੰਬੀਆ ਦੀ ਦੂਜਾ ਸਭ ਤੋਂ ਵੱਧ ਪਾਪੂਲੇਸ਼ਨ ਵਾਲਾ ਸ਼ਹਿਰ ਸਰੀ, ਅਤੇ ਸਰੀ ਦੇ ਵਿੱਚ ਹੁਣ ਜਿਹੜੀ ਗੱਲਬਾਤ ਆ ਕਿ ਵੈਟਰਨ ਲਿਬਰਲ ਮੈਂਬਰ ਪਾਰਲੀਮੈਂਟ ਸੁਖ ਧਾਲੀਵਾਲ ਦਾ ਲੇਟੈਸਟ ਨਾਂ ਆ, ਜਿਹਦੇ ਬਾਰੇ ਚਰਚਾ ਹੋ ਰਹੀ ਆ। 5 ਵਾਰੀ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਆ। ਸਰੀ ਨਿਊਟਨ ਵਾਲਾ ਰਾਈਡਿੰਗ ਜਦੋਂ ਦੀ 2015 ਦੀ ਬਣੀ ਆ, ਉਸ ਵੇਲੇ ਦੇ ਇੱਥੋਂ ਇਹ ਮੈਂਬਰ ਪਾਰਲੀਮੈਂਟ ਆ। ਕਹਿਣਾ ਉਹਨਾਂ ਦਾ ਇਹ ਆ ਕਿ ਬਹੁਤ ਸਾਰੇ ਲੋਕ ਆ ਜਿਹੜੇ ਪ੍ਰੈਸ਼ਰ ਪਾ ਰਹੇ ਆ, ਕਹਿ ਰਹੇ ਆ ਉਹਨਾਂ ਨੂੰ ਕਿ ਸਰੀ ਦੇ ਮੇਅਰ ਦੇ ਲਈ ਤੁਸੀਂ ਲੜੋ, ਪਰ ਅਜੇ ਤੱਕ ਉਹ ਕਹਿੰਦੇ ਮਨ ਅਸੀਂ ਜਿਹੜਾ ਸੋਚ ਰਹੇ ਹਾਂ ਇਹਦੇ ਬਾਰੇ ਬੜਾ ਚੰਗੀ ਤਰ੍ਹਾਂ, ਸੋ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਉਹ ਮਨ ਬਣਾ ਲੈਣ। ਅਤੇ ਇਹ ਸਾਰਾ ਕੁਝ ਜਦੋਂ ਇਸ ਵੇਲੇ ਅਸੀਂ ਦੇਖਦੇ ਹਾਂ ਕਿ ਉਹ ਨਾ ਜਦੋਂ ਇੱਧਰਲੇ ਪਾਸੇ ਆ ਜਾਂਦਾ, ਅਕਸਰ ਲੋਕ ਜਿਹੜੇ ਇਸ ਤਰ੍ਹਾਂ ਕਰ ਜਾਂਦੇ ਆ। ਐਡਮਿੰਟਨ ਦੇ ਵਿੱਚ, ਅਲਬਰਟਾ ਦੇ ਵਿੱਚ ਅਮਰਜੀਤ ਸੋਹੀ, ਉਹ ਵੀ ਕੈਬਨਿਟ ਮਿਨਿਸਟਰ ਰਹੇ ਸੀ, ਉਹ ਵੀ ਮੁੜ ਕੇ ਦੁਬਾਰਾ ਇਹ ਸਿਵਿਕ ਪੋਲੀਟਿਕਸ ਦੇ ਵਿੱਚ, ਸਿਟੀ ਦੀ ਪੋਲੀਟਿਕਸ ਦੇ ਵਿੱਚ ਆ ਗਏ, ਅਤੇ ਇਸ ਵੇਲੇ ਐਡਮਿੰਟਨ ਦੇ ਮੇਅਰ ਬਣੇ ਆ। ਸਰੀ ਦੇ ਵਿੱਚ ਕੌਂਸਲਰ ਹੈ ਬ੍ਰਿੰਡਾ ਲੌਕ, ਉਹ ਵੀ ਇਸ ਵੇਲੇ ਚੋਣ ਲੜਨ ਦੇ ਲਈ ਇੱਛੁਕ ਨੇ। ਉਹਨਾਂ ਦਾ ਨਾਂ ਵੀ ਕਾਫੀ ਚਰਚਾ ਦੇ ਵਿੱਚ ਆ ਕਿ ਉਹ ਵੀ ਇਸ ਇਲੈਕਸ਼ਨ ਦੇ ਵਿੱਚ ਹਿੱਸਾ ਲੈਣਗੇ। ਇਸੇ ਤਰ੍ਹਾਂ ਕੌਂਸਲਰ ਨੇ ਲਿੰਡਾ ਐਨਿਸ, ਉਹਨਾਂ ਦਾ ਨਾਂ ਵੀ ਚਰਚਾ ਦੇ ਵਿੱਚ ਆ ਕਿ ਉਹ ਵੀ ਮੇਅਰ ਦੇ ਲਈ ਰਨ ਕਰਨਗੇ। ਸੋ ਕੀ ਇਸ ਵੇਲੇ ਸਮੀਕਰਨ ਬਣਦੀ ਆ, ਕਿੰਨੇ ਕੁ ਲੋਕ ਇਹਦੇ ਵਿੱਚ ਆ, ਕੌਣ ਜਿੱਤਦਾ ਆ, ਕੇ ਸਲੇਟ ਦੇ ਵਿੱਚ ਕੌਣ ਕੌਣ ਸ਼ਾਮਲ ਹੁੰਦਾ, ਕਿਹੜੀਆਂ ਵੋਟਾਂ ਕਿੱਧਰਲੇ ਪਾਸੇ ਜਾਂਦੀਆਂ, ਇਹ ਵੀ ਦੇਖਣ ਵਾਲੀ ਗੱਲ ਆ ਕਿ ਹੁਣ ਤੱਕ ਅਜੇ ਅਕਤੂਬਰ ਦੇ ਵਿੱਚ ਕਾਫੀ ਸਮਾਂ ਆ। 15 ਅਕਤੂਬਰ ਨੂੰ ਜਦੋਂ ਇਲੈਕਸ਼ਨ ਹੋਣੀ ਆ, ਉਹਦੇ ਤੋਂ ਪਹਿਲਾਂ ਹੀ ਇਹਦੇ ਬਾਰੇ ਇੰਨੀ ਚਰਚਾ ਸ਼ੁਰੂ ਹੋ ਗਈ ਆ। ਮੇਅਰ ਬਿਨਾਂ ਸ਼ੱਕ ਜਿਹੜੇ ਇਸ ਵੇਲੇ ਮੇਅਰ ਮੁਕੱਲਮ ਨੇ, ਕਾਫੀ ਕੰਟਰੋਵਰਸ਼ੀਅਲ ਰਹੇ ਆ। ਪੁਲਿਸ ਫੋਰਸ ਵਾਲੇ ਮਾਮਲੇ ਦੇ ਵਿੱਚ, 84 ਐਵੀਨਿਊ ਨੂੰ ਅੱਗੇ ਵਧਾਉਣ ਵਾਲੇ ਮਾਮਲੇ ਦੇ ਵਿੱਚ, ਜਿਹੜੇ ਬਹੁਤ ਸਾਰੇ ਪੋਲੀਟੀਕਲ ਸਾਇੰਸ ਦੇ ਪ੍ਰੋਫੈਸਰ ਨੇ, ਉਹ ਅੰਦਾਜ਼ਾ ਲਾ ਰਹੇ ਆ ਕਿ ਅਜੇ ਤੱਕ ਸਮੀਕਰਨਾਂ ਸਪਸ਼ਟ ਨਹੀਂ ਹੋ ਰਹੀਆਂ, ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਦੌੜ ਦਿਲਚਸਪ ਹੋ ਸਕਦੀ ਆ ਜੇਕਰ ਮੈਂਬਰ ਪਾਰਲੀਮੈਂਟ ਸੁਖ ਧਾਲੀਵਾਲ ਇਸ ਇਲੈਕਸ਼ਨ ਦੇ ਵਿੱਚ ਆ ਜਾਂਦੇ ਆ। ਗੱਲਬਾਤ ਕਰਦੇ ਆ ਸੁਖ ਧਾਲੀਵਾਲ ਉਹਨਾਂ ਨਾਲ ਅਸੀਂ ਗੱਲਬਾਤ ਕੀਤੀ, ਤੁਹਾਨੂੰ ਦਿਖਾਉਂਦੇ ਆ ਕਿ ਉਹ ਕੀ ਕਹਿੰਦੇ ਨੇ ਇਸ ਮੁੱਦੇ 'ਤੇ। ਸਰੀ ਦੇ ਮੇਅਰ ਦੀ ਇਲੈਕਸ਼ਨ ਦੇ ਵਿੱਚ ਅਜੇ ਕਾਫੀ ਸਾਰਾ ਸਮਾਂ ਪਿਆ, ਪਰ ਮਾਹੌਲ ਇਸ ਵੇਲੇ ਤੋਂ ਗਰਮ ਹੋ ਰਿਹਾ। ਲਗਾਤਾਰ ਗੱਲਾਂ ਬਾਤਾਂ ਸਾਹਮਣੇ ਆ ਰਹੀਆਂ, ਕੁਝ ਕੈਂਡੀਡੇਟਸ ਦੇ ਨਾਂ ਸਾਹਮਣੇ ਆ ਰਹੇ ਆ। ਖਾਸ ਕਰ ਸਾਡੇ ਪੰਜਾਬੀ ਉਮੀਦਵਾਰਾਂ ਦੇ ਕਦੇ ਜਿਨੀ ਸਿਮਸ ਦਾ ਨਾਂ ਸਾਹਮਣੇ ਆਉਂਦਾ, ਕਦੇ ਹੈਰੀ ਬੈਂਸ ਦਾ ਨਾਂ ਸਾਹਮਣੇ ਆਉਂਦਾ, ਅਤੇ ਹੁਣ ਚਰਚਾ ਦੇ ਵਿੱਚ ਨਾਂ ਆ ਸੁਖ ਧਾਲੀਵਾਲ ਜੀ ਦਾ। ਮੈਂਬਰ ਪਾਰਲੀਮੈਂਟ ਸੁਖ ਧਾਲੀਵਾਲ 5 ਵਾਰੀ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਨੇ। 2015 ਤੋਂ ਲੈ ਕੇ ਜਦੋਂ ਦੀ ਸਰੀ ਨਿਊਟਨ ਵਾਲੀ ਕੰਸਟੀਚੁਐਂਸੀ ਬਣੀ ਆ, ਇਸ ਰਾਈਡਿੰਗ ਦੇ ਵਿੱਚੋਂ ਉਹ ਮੈਂਬਰ ਪਾਰਲੀਮੈਂਟ ਨੇ। ਚੰਗੇ ਮੰਨਿਓ ਸਿਆਸਤਦਾਨ ਮੰਨੇ ਜਾਂਦੇ ਆ, ਅਤੇ ਇਸ ਗੱਲ ਦੇ ਲਈ ਉਹਨਾਂ ਨੂੰ ਜਾਣਿਆ ਵੀ ਜਾਂਦਾ ਕਿ ਜੇ ਕੋਈ ਵਿਅਕਤੀ ਲੋਕਾਂ ਦੇ ਨਾਲ ਸਭ ਤੋਂ ਵੱਧ ਨੇੜਿਓਂ ਜੁੜਿਆ ਆ ਔਰ ਪਰਸਨਲੀ ਹਰ ਇੱਕ ਆਪਣੀ ਰਾਈਡਿੰਗ ਦੇ ਵਿੱਚ ਵਿਅਕਤੀ ਨੂੰ ਜਾਣਦਾ ਹੈ, ਤਾਂ ਉਹ ਸੁਖ ਧਾਲੀਵਾਲ ਆ।
ਮੇਅਰ ਦੀ ਇਲੈਕਸ਼ਨ ਦੇ ਵਿੱਚ ਆ ਰਹੇ ਨੇ, ਕੀ ਕਾਰਨ ਹੈ, ਕੀ ਹੋਊਗਾ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਧਾਲੀਵਾਲ ਸਾਹਿਬ, ਪੱਕਾ ਹੋ ਗਿਆ ਕਿ ਹਜੇ ਮਨ ਬਣਾ ਰਹੇ ਹੋ ਜੀ ਮੇਅਰ ਦੇ ਲਈ? ਬਿਲਕੁਲ ਨਹੀਂ, ਦੇਖੋ ਇਹ ਕੋਈ ਲੁਕਿਆ ਨਹੀਂ ਜਸਕਰਨ ਜੀ ਵੀ ਬਹੁਤ ਸਾਰੇ ਜਿਹੜੇ ਨੇ ਸੱਜਣ ਮਿੱਤਰ ਔਰ ਲੋਕ ਜਿਹੜੇ ਨੇ ਬੜੀ ਡਾਈਵਰਸ ਬੈਕਗਰਾਊਂਡਸ ਤੋਂ ਔਰ ਵੱਖੋ ਵੱਖਰੀਆਂ ਪੋਲੀਟੀਕਲ ਪਾਰਟੀਜ਼ ਤੋਂ ਵੀ ਉਹਨੂੰ ਪਾਸੇ ਛੱਡ ਕੇ ਜਿਹੜਾ ਵਾ ਉਹ ਮੈਨੂੰ ਉਤਸ਼ਾਹਿਤ ਕਰ ਰਹੇ ਨੇ ਕਿ ਤੂੰ ਜਿਹੜਾ ਹੈਗਾ ਸਰੀ ਦੇ ਮੇਅਰ ਦੇ ਲਈ ਜਿਹੜਾ ਹੈਗਾ ਉਹ ਚੋਣ ਮੈਦਾਨ 'ਚ ਆ। ਇਸ ਬਾਰੇ ਮੈਂ ਗੰਭੀਰਤਾ ਦੇ ਨਾਲ ਔਰ ਮੈਂ ਲੁਕਾਉਂਦਾ ਨਹੀਂ ਇਹ 'ਚੋਂ ਕੋਈ ਗੱਲ, ਮੈਂ ਵਿਚਾਰ ਕਰ ਰਿਹਾ, ਸੋਚ ਰਿਹਾ ਹਾਂ, ਪਰ ਹਜੇ ਡਿਸੀਜਨ ਜਿਹੜਾ ਹੈਗਾ ਫਾਈਨਲ ਉਹ ਕੋਈ ਨਹੀਂ ਲਿਆ ਗਿਆ। ਫੈਡਰਲ ਇਲੈਕਸ਼ਨ ਦੇ ਵਿੱਚ ਤੁਹਾਡਾ ਚੰਗਾ ਭਲਾ ਸਾਰਾ ਹਿਸਾਬ ਕਿਤਾਬ ਬਣਿਆ, 5 ਵਾਰੀ ਤੁਸੀਂ ਜਿੱਤੇ ਹੋ, ਹਰ ਇੱਕ ਚੀਜ਼ ਤੁਹਾਡੀਆਂ ਟਿਪਸ ਦੇ ਉੱਤੇ ਆ ਕਿ ਕਿੱਥੇ ਕਿਹੜੀਆਂ ਵੋਟਾਂ ਕਿੱਧਰ ਨੇ, ਕੰਮ ਤੁਸੀਂ ਕੀਤੇ ਆ, ਲੋਕ ਤੁਹਾਨੂੰ ਬਾਰ-ਬਾਰ ਇਸੇ ਕਰਕੇ ਜਿਤਾਈ ਜਾਂਦੇ ਆ। ਲੱਗਦਾ ਨਹੀਂ ਕਿ ਬੈਠੇ ਬਿਠਾਏ ਇੱਧਰਲੇ ਪਾਸੇ ਇੱਕ ਨਵਾਂ ਜਿਹੜਾ ਤੁਸੀਂ ਚੈਲੰਜ ਕਹਿ ਲਓ ਵੀ ਉੱਧਰ ਉਹ ਤੁਹਾਡੇ ਲਈ ਹੋਊਗਾ? ਦੇਖੋ ਹਜੇ ਤੁਹਾਨੂੰ ਕਿਹਾ ਵੀ ਫੈਸਲਾ ਤਾਂ ਕੋਈ ਨਹੀਂ ਹੋਇਆ, ਪਰ ਉਤਸ਼ਾਹਿਤ ਕਰ ਰਹੇ ਆ, ਪਰ ਚੈਲੰਜ ਹਮੇਸ਼ਾ ਮੈਂ ਕਬੂਲ ਕੀਤਾ ਜਿਹੜਾ ਵਾ ਉਹਦੇ ਵਿੱਚ ਇਹ ਆ ਵੀ ਕੰਫਰਟ ਲੈਵਲ ਆ। ਕਈ ਲੋਕ ਮੈਨੂੰ ਆ ਕੇ ਕਹਿੰਦੇ ਵੀ ਆ ਵੀ ਜੀ MP ਦਾ ਜਿਸ ਤਰ੍ਹਾਂ ਤੁਸੀਂ ਕਿਹਾ ਮੌਜਾਂ ਕਰਨਾ, ਵੀ ਪੈਨਸ਼ਨ ਜਿਹੜੀ ਆ ਵਧੀ ਜਾਂਦੀ 6000, ਤਨਖਾਹ ਵੀ ਕੱਟ ਲੈਣੀ। ਮੈਂ ਕਿਹਾ ਦੇਖੋ ਮੈਂ ਇਹਨਾਂ ਕੰਮਾਂ ਕਰਕੇ ਨਹੀਂ ਪੋਲੀਟਿਕਸ 'ਚ ਆਇਆ। ਪੋਲੀਟਿਕਸ 'ਚ ਮੇਰਾ ਆਉਣ ਦਾ ਇੱਕੋ ਹੀ ਮਨੋਰਥ ਸੀ, ਪਬਲਿਕ ਸਰਵਿਸ। ਪੈਸ਼ਨ ਹੈ ਮੇਰਾ ਲੋਕਾਂ ਦੀ ਸੇਵਾ ਕਰਨਾ, ਠੀਕ ਹੈ ਨਾ। ਉਹ ਐਜ਼ ਐਨ MP ਮੈਂ ਇੰਜੋਏ ਕਰਦਾ ਮੈਂ ਫੁੱਲੀ, ਠੀਕ ਹੈ ਨਾ। ਇਹ ਤਾਂ ਤੁਸੀਂ ਦੇਖਦੇ ਹੋ ਵੀ ਜਿੰਨੀ ਮਿਹਨਤ ਮੈਂ ਪਹਿਲੇ ਦਿਨ ਕਰਦਾ ਸੀ ਉਨੀ ਹੀ ਮਿਹਨਤ ਹੁਣ ਮੈਂ ਜਿਹੜੀ ਆ ਉਹ ਚੱਲ ਰਹੀ ਆ। ਚੈਲੰਜ ਐਕਸੈਪਟ ਕਰਨ ਨੂੰ ਮੈਂ ਹਮੇਸ਼ਾ ਤਿਆਰ ਰਹਿਣਾ। ਕਰਨੀ ਤਾਂ ਪਬਲਿਕ ਸਰਵਿਸ ਹੀ ਹੈ ਨਾ, ਵੀ ਇੱਕ ਜੇ ਨਹੀਂ ਵੀ MP ਸੀ ਉਦੋਂ ਵੀ ਕਰਦੇ ਸੀਗੇ, ਅਤੇ ਪਰ ਬੜਾ ਹੌਸਲਾ ਲੋਕਾਂ ਦਾ ਦਿੱਤਾ ਹੈ ਮੈਨੂੰ, ਬੜਾ ਲੋਕਾਂ ਨੇ ਮਾਣ ਦਿੱਤਾ 5ਵੀਂ ਵਾਰ। ਮੈਂ ਬਹੁਤ ਧੰਨਵਾਦੀ ਹਾਂ। ਓਨੈਸਟਲੀ ਪੁੱਛੋ, ਕਈ ਵਾਰ ਮੈਂ ਇਹ ਮੈਨੂੰ ਨਿਮਰਤਾ ਵੀ ਲਿਆਉਂਦਾ ਮੇਰੇ 'ਚ, ਜਦੋਂ ਮੈਂ ਦੇਖਦਾ ਨਾ ਬਾਰ-ਬਾਰ ਲੋਕ ਮੇਰੀ ਇੰਨੀ ਮਤਲਬ ਮਦਦ ਕੀਤੀ ਆ, ਉਹ ਮੇਰੇ ਦੇ ਵਿੱਚ ਇੱਕ ਨਿਮਰਤਾ ਲੈ ਕੇ ਆਉਂਦੀ ਪਈ ਆ। ਹੁਣ ਵੀ ਐਡੀ ਵੱਡੀ ਗਿਣਤੀ ਦੇ ਵਿੱਚ ਐਵਰੀਡੇ ਕਾਲਜ ਆਉਂਦੀਆਂ, ਐਵਰੀਡੇ ਲੋਕ ਆ ਕੇ ਮੈਨੂੰ ਕਹਿੰਦੇ ਨੇ ਵੀ ਸੁਖ ਤੂੰ ਆ ਜਿਹੜਾ ਡਿਸੀਜਨ ਆ ਮੇਕ ਕਰ ਲਾ, ਉਹਨੇ ਵੀ ਚੱਕ ਦੇ ਕੰਮ ਨੂੰ। ਮੈਂ ਕਿਹਾ ਭਾਈ ਇੱਦਾਂ ਨਹੀਂ ਚੱਕਿਆ ਜਾਂਦਾ ਕੰਮ, ਇਹ ਸੋਚ ਵਿਚਾਰ ਕੇ ਫੈਸਲੇ ਲਏ ਜਾਂਦੇ ਨੇ, ਰਾਈਟ। ਜਿਹੜਾ ਬੈਸਟ ਇੰਟਰਸਟ ਹੋਵੇ ਲੋਕਾਂ ਦੇ ਸਰੀ ਦਿਆਂ ਦੇ, ਉਹੀ ਕੰਮ ਹੋਣਾ ਚਾਹੀਦਾ ਹੈਗਾ। ਧਾਲੀਵਾਲ ਸਾਹਿਬ, ਜੇ ਤੁਸੀਂ ਮੇਅਰ ਦੀ ਚੋਣ ਲੜਦੇ ਆ, ਕੀ ਕਾਰਨ ਹੋਊਗਾ ਇੱਧਰਲੇ ਪਾਸੇ ਆਉਣ ਦਾ? ਉੱਧਰਲੇ ਪਾਸੇ ਤਸੱਲੀ ਨਹੀਂ ਹੈ, ਇੱਧਰਲੇ ਪਾਸੇ ਕੁਝ ਬਦਲਣਾ ਚਾਹੁੰਦੇ ਹੋ, ਕਾਰਨ ਕੀ ਹੋਊਗਾ ਜੇ ਤੁਸੀਂ ਇਲੈਕਸ਼ਨ ਚਾਹੁੰਦੇ ਹੋ? ਪਹਿਲੀ ਗੱਲ ਤਾਂ ਇਹ ਹੈ, ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਹਜੇ ਤਾਈਂ ਅਪਰੋਚ ਹੋ ਰਹੀ ਹੈ, ਡਿਸੀਜਨ ਕੋਈ ਨਹੀਂ। ਪਰ ਜਿਹੜਾ ਇਸ ਵੇਲੇ ਮੇਰਾ ਫੋਕਸ ਆ, ਔਰ ਪਿੱਛੇ ਵੀ ਫੋਕਸ ਇਹੀ ਰਿਹਾ ਕਿ ਮੈਂ ਐਜ਼ ਏ ਚੁਣਿਆ ਹੋਇਆ ਨੁਮਾਇੰਦਾ ਲੋਕਾਂ ਦੇ ਜਿਹੜੇ ਬੈਸਟ ਇੰਟਰਸਟ ਨੇ ਉਹਨੂੰ ਜਿਹੜਾ ਹੈਗਾ ਰਿਪਰੈਜ਼ੈਂਟ ਕਰਾਂ, ਠੀਕ ਹੈ ਨਾ। ਔਰ ਦੂਸਰੀ ਹੈਗੀ ਚੁਣਿਆ ਹੋਇਆ ਨੁਮਾਇੰਦਾ ਹੋਣ ਦੇ ਨਾਤੇ, ਚਾਹੇ ਮੇਅਰ ਐਂਡ ਕਾਊਂਸਲ ਹੈਗੀ ਹੈ, ਚਾਹੇ ਉਹ ਪ੍ਰੀਮੀਅਰ ਤੇ MLAs ਨੇ, ਉਹਨਾਂ ਦੇ ਨਾਲ ਜਿਹੜਾ ਵਾ ਉਹ ਰਲ ਕੇ ਚੱਲਿਆ ਜਾਵੇ ਤਾਂ ਕਿ ਸਮੂਥ ਜਿਹੜੀਆਂ ਨੇ ਚੀਜ਼ਾਂ ਜਿਹੜੀਆਂ ਅਸੀਂ ਹੈਲਪ ਇੱਕ ਦੂਜੇ ਦੀ ਲੈਵਲ 'ਤੇ ਆਰਡਰ ਆਫ ਗਵਰਨਮੈਂਟ ਕਰ ਸਕਦੇ ਹਾਂ ਉਹ ਕਰੀਏ। ਮੁੱਦਾ ਇੱਕੋ ਹੀ ਆ। ਫਿਰ ਤੁਹਾਨੂੰ ਮੈਂ ਜਿਸ ਤਰ੍ਹਾਂ ਪਹਿਲਾਂ ਕਿਹਾ ਵੀ ਜਿਹੜਾ ਮੇਰਾ ਪੈਸ਼ਨ ਆ, ਜਿਹੜੀ ਪਬਲਿਕ ਸਰਵਿਸ ਆ, ਉਹ ਮੇਰੀ ਟਾਪ ਪ੍ਰਾਇਓਰਟੀ ਆ, ਠੀਕ ਹੈ ਨਾ। ਉਹ ਚਾਹੇ ਮੈਂਬਰ ਆਫ ਪਾਰਲੀਮੈਂਟ ਆ, ਚਾਹੇ ਜਦੋਂ ਮੈਂ ਮੈਂਬਰ ਆਫ ਪਾਰਲੀਮੈਂਟ ਨਹੀਂ ਸੀ ਉਦੋਂ ਆ, ਚਾਹੇ ਉਹ ਫਿਊਚਰ ਦੇ ਵਿੱਚ ਜਦੋਂ ਮੈਂ ਰਹਿਣਾ, ਕਿਉਂਕਿ ਸਰੀ ਦੇ ਵਿੱਚ ਹੀ ਹੈ ਨਾ, ਸਰੀ ਦੇ ਵਿੱਚ ਹੀ ਮੇਰੇ ਬੱਚੇ ਵੱਡੇ ਹੋਏ ਆ, ਸਰੀ ਦੇ ਵਿੱਚ ਹੀ ਮੈਂ ਬਿਜ਼ਨਸ ਜਿਹੜਾ ਸੀਗਾ ਆਪਣਾ ਰਨ ਕੀਤਾ। ਸਰੀ ਦੇ ਲੋਕਾਂ ਨੇ ਹੀ ਜਿਹੜਾ ਹੈਗਾ ਵਾ ਮੈਨੂੰ 5 ਵਾਰ ਪ੍ਰਿਵਿਲੇਜ ਦਿੱਤੀ ਹੈਗੀ ਆ ਉਸ ਪਾਰਲੀਮੈਂਟ ਦੇ ਵਿੱਚ ਬਿਠਾਉਣ ਦੀ। ਅਤੇ ਅੱਜ ਜੇ ਲੋਕ ਮੈਨੂੰ ਇਹ ਕਹਿਣਗੇ ਕਿ ਭਾਈ ਅੱਜ ਸਾਨੂੰ ਤੇਰੀ ਇੱਥੇ ਲੋੜ ਹੈਗੀ ਆ, ਠੀਕ ਹੈ ਨਾ, ਅਤੇ ਉਹ ਡਿਸੀਜਨ ਜਿਹੜਾ ਹੈਗਾ ਉਹ ਵੀ ਲੋਕਾਂ ਦੇ ਪਿਆਰ ਦੇ ਨਾਲ ਹੀ ਰਲ ਕੇ ਬਣਨਾ ਹੈ। ਕਦੋਂ ਕਿਹਦੇ ਬਾਰੇ ਫੈਸਲਾ ਹੋ ਜਾਊਗਾ? ਜਿਹੜੀ ਇਹ ਲੋਕ ਤੁਹਾਡੇ ਤੱਕ ਅਪਰੋਚ ਕਰ ਰਹੇ, ਇਹਦੇ ਬਾਰੇ ਫਾਈਨਲ ਕਦੋਂ ਤੱਕ ਹੋਣ ਦੀ ਆਸ ਆ ਵੀ ਪਤਾ ਲੱਗ ਜੇ ਸੁਖ ਧਾਲੀਵਾਲ ਮੇਅਰ ਲਈ ਉਮੀਦਵਾਰ ਹੈਗੇ ਜਾਂ ਨਹੀਂ? ਦੇਖੋ ਅਕਤੂਬਰ 15 ਬਹੁਤ ਲੰਮਾ ਸਮਾਂ ਪਿਆ ਹਜੇ, ਇੰਨਾ ਦੂਰ ਹੈਗਾ ਇਹ ਹਜੇ ਜਿਹੜਾ ਵਾ 24 ਘੰਟੇ ਪੋਲੀਟਿਕਸ ਦੇ ਵਿੱਚ ਕਹਿੰਦੇ ਆ ਵੀ ਲੰਮਾ ਸਮਾਂ, ਪਰ ਅਕਤੂਬਰ 15 ਜਿਹੜਾ ਵਾ ਉਹ ਬਹੁਤ ਹਜੇ ਅੱਗੇ ਜਾ ਕੇ ਆ। ਪਰ ਮੇਰੀਆਂ ਹਜੇ ਕੁਝ ਪ੍ਰਾਇਓਰਟੀਜ਼ ਹੈਗੀਆਂ ਇਸ ਵੇਲੇ ਐਜ਼ ਏ ਮੈਂਬਰ ਆਫ ਪਾਰਲੀਮੈਂਟ ਵੀ, ਕਿਉਂਕਿ ਮੈਂ ਅਫਗਾਨਿਸਤਾਨ ਦੀ ਕਮੇਟੀ ਹੈਗੀ ਜਿਹੜੀ ਸਪੈਸ਼ਲ ਕਮੇਟੀ ਬਣੀ ਉਹਦਾ ਚੇਅਰ ਆ, ਉਹ ਜਿਹੜੀ ਜੂਨ ਤੱਕ ਚੱਲਣੀ ਹੈਗੀ ਆ, ਠੀਕ ਹੈ ਨਾ। ਉਹਦੇ ਵਿੱਚ ਵੀ ਮੇਰਾ ਜਿਹੜਾ ਰੋਲ ਆ। ਫਿਰ ਇਮੀਗ੍ਰੇਸ਼ਨ ਦੇ ਇਸ਼ੂਜ਼ ਨੇ, ਹੁਣ ਇਸ ਵੇਲੇ ਜਿਹੜੇ ਵੱਡੇ ਇਸ਼ੂ ਆਏ ਉਹ ਸਿਟੀਜ਼ਨਸ਼ਿਪ ਇਮੀਗ੍ਰੇਸ਼ਨ ਕਮੇਟੀ ਦੇ ਬੈਠਾ, ਉਹਦੇ ਵਿੱਚ ਵੀ ਮੇਰੇ ਮਸਲੇ ਥੋੜ੍ਹੇ ਜਿਹੇ ਜਿਹੜੇ ਨੇ ਉਹ ਅੱਗੇ ਲਿਆਉਣ ਵਾਲੇ ਆ, ਰਾਈਟ। ਚਾਹੇ ਉਹ ਐਪਲੀਕੇਸ਼ਨ ਡਿਲੇ ਦੀ ਗੱਲ ਹੈਗੀ ਆ। ਸੋ ਮੈਂ ਇਸ ਵੇਲੇ ਮੇਰਾ ਫੋਕਸ ਜਿਹੜਾ ਹੈਗਾ ਉਹ ਹੈਗਾ ਐਜ਼ ਏ ਮੈਂਬਰ ਆਫ ਪਾਰਲੀਮੈਂਟ ਜਿਹੜਾ ਹੈਗਾ ਸਰੀ ਨਿਊਟਨ ਦੇ ਲੋਕਾਂ ਨੂੰ ਮੈਂ ਬੈਸਟ ਰਿਪਰੈਜ਼ੈਂਟੇਸ਼ਨ ਜਿਹੜੀ ਆ ਉਹ ਕਿਸ ਤਰ੍ਹਾਂ ਦੇ ਸਕਦਾ। ਪਰ ਅਕਤੂਬਰ 15 ਲੰਮਾ ਦੂਰ ਸਮਾਂ ਹੋਣ ਦੇ ਕਰਕੇ ਇਸ ਬਾਰੇ ਕਹਿਣਾ ਬੜਾ ਮੁਸ਼ਕਲ ਹੈਗਾ ਵੀ ਮੈਂ ਕਦੋਂ ਜਿਹੜਾ ਹੈਗਾ ਉਹ ਦੱਸ ਸਕੂੰਗਾ ਲੋਕਾਂ ਨੂੰ ਵੀ ਮੈਂ ਰਨ ਕਰਨਾ
ਜਾਂ ਨਹੀਂ ਕਰਨਾ, ਪਰ ਇੱਕ ਚੀਜ਼ ਮੈਂ ਜ਼ਰੂਰ ਕਹਿ ਦਿੰਦਾ ਵੀ ਇਹ ਲੁਕੀ ਨਹੀਂ ਹੋਈ ਕਿਸੇ ਤੋਂ। ਲੋਕ ਜਿਹੜੇ ਨੇ ਉਹ ਮੈਨੂੰ ਆ ਕੇ ਉਤਸ਼ਾਹਿਤ ਕਰ ਰਹੇ ਆ ਅਤੇ ਮੈਂ ਗੰਭੀਰਤਾ ਦੇ ਨਾਲ ਔਰ ਸੀਰੀਅਸ ਤਰੀਕੇ ਦੇ ਨਾਲ ਜਿਹੜਾ ਹੈਗਾ ਇਹਨੂੰ ਜਿਹੜਾ ਮੱਦੇਨਜ਼ਰ ਰੱਖ ਕੇ ਅਤੇ ਮੈਂ ਵਿਚਾਰ ਜਿਹੜੀ ਆ ਉਹ ਜ਼ਰੂਰ ਕਰ ਰਿਹਾ ਹੈਗਾ। ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਦੋਸਤੋ, ਸੁਖ ਧਾਲੀਵਾਲ ਹੋਣਾ ਦੇ ਨਾਲ ਅਸੀਂ ਗੱਲਬਾਤ ਕੀਤੀ। ਸੱਚਮੁੱਚ 15 ਅਕਤੂਬਰ ਬਹੁਤ ਦੂਰ ਦਾ ਸਮਾਂ ਆ, ਪਰ ਹੁਣ ਤੋਂ ਹੀ ਜੇ ਇਸ ਤਰ੍ਹਾਂ ਕੈਂਡੀਡੇਟਸ ਆਪਣੀ ਗੱਲਬਾਤ ਕਰ ਰਹੇ ਆ, ਜਿਹੜੇ ਹੁਣ ਦੇ ਸਾਡੇ ਮੌਜੂਦਾ ਮੇਅਰ ਆ ਉਹਨਾਂ ਦੇ ਉੱਤੇ ਵੀ ਕਈ ਕੰਟਰੋਵਰਸੀਜ਼ ਇਸ ਵੇਲੇ ਚੱਲ ਰਹੀਆਂ। ਅੱਜ ਵੀ ਕੋਰਟ ਦੇ ਵਿੱਚ ਕਿਤੇ ਨਾ ਕਿਤੇ ਪੇਸ਼ੀ ਹੈ। ਕਈ ਮੁੱਦੇ ਆ ਜਿਹੜੇ ਸਰੀ ਦੇ ਵਿੱਚ ਇਸ ਸਿਸਟਮ ਦੇ ਵਿੱਚ ਚਰਚਾ ਦੇ ਵਿੱਚ ਆ। ਦੇਖਣਾ ਹੋਊਗਾ ਕਿ ਸੁਖ ਧਾਲੀਵਾਲ ਹੋਣੀ ਇਹਦੇ ਉਮੀਦਵਾਰ ਬਣਦੇ ਆ, ਕਿਸ ਪਾਸੇ ਨੂੰ ਸਮੀਕਰਨਾ ਬਣਦੀ, ਹੋਰ ਮੇਅਰ ਦੇ ਉਮੀਦਵਾਰ ਕੌਣ ਹੁੰਦੇ ਆ, ਕੌਣ ਸਲੇਟ ਦੇ ਵਿੱਚ ਆਉਂਦਾ, ਅਜੇ ਲੰਬਾ ਸਮਾਂ, ਪਰ ਇਹ ਚਰਚਾ ਇਸ ਵੇਲੇ ਜ਼ਰੂਰ ਚੱਲ ਰਹੀ ਹੈ। ਕੈਮਰਾ ਪਰਸਨ ਅਮਿਤ ਪਨੇਸਰ ਨਾਲ ਜਸਕਰਨ, ਚੈਨਲ ਪੰਜਾਬੀ, ਸਰੀ। ਰੈਜ਼ੀਡੈਂਸ਼ੀਅਲ ਸਕੂਲਾਂ ਦਾ ਮਾਮਲਾ ਇੱਕ ਵਾਰੀ ਫੇਰ ਚਰਚਾ 'ਚ ਆ। ਸ਼ਾਇਦ ਤੁਹਾਨੂੰ ਯਾਦ ਹੋਵੇ, ਕੈਮਲੂਪਸ ਦੇ ਵਿੱਚ ਜਿਹੜੀਆਂ ਅਨਮਾਰਕਡ ਗ੍ਰੇਵਸ ਮਿਲੀਆਂ ਸੀ, ਰੈਜ਼ੀਡੈਂਸ਼ੀਅਲ ਸਕੂਲ, ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ ਉੱਥੇ ਸੀਗਾ। ਉੱਥੇ ਥੋੜ੍ਹਾ ਜਿਹਾ ਦੂਰ ਜਾ ਕੇ ਬਹੁਤ ਸਾਰੀਆਂ ਅਨਮਾਰਕਡ ਗ੍ਰੇਵਸ ਮਿਲੀਆਂ ਸੀ। ਬਹੁਤ ਸਾਰੇ ਜ਼ਮੀਨ ਦੇ ਥੱਲੇ ਦੱਬੀਆਂ ਬੱਚਿਆਂ ਦੀਆਂ ਲਾਸ਼ਾਂ ਸਾਹਮਣੇ ਆਈਆਂ ਸੀ। ਇੱਕ ਰਡਾਰ ਪੈਨੀਟਰੇਟਿੰਗ ਸਿਸਟਮ ਦੇ ਨਾਲ, ਗਰਾਊਂਡ ਪੈਨੀਟਰੇਟਿੰਗ ਸਿਸਟਮ ਦੇ ਨਾਲ, ਜਿਹੜਾ ਕਿ ਜਿਸ ਤਰੀਕੇ ਦੇ ਨਾਲ ਆਪਣੇ ਅਲਟਰਾਸਾਊਂਡ ਹੁੰਦਾ ਉਸ ਤਰ੍ਹਾਂ ਦੀ ਇੱਕ ਮਸ਼ੀਨ ਨੂੰ ਲੈ ਕੇ ਉਹਨਾਂ ਲੋਕਾਂ ਨੇ ਧਰਤੀ ਦੇ ਉੱਤੇ, ਉਸ ਥਾਂ ਦੇ ਉੱਤੇ ਜਿੱਥੇ ਉਹਨਾਂ ਨੂੰ ਸ਼ੱਕ ਸੀ ਕਿ ਇੱਥੇ ਬੱਚਿਆਂ ਨੂੰ ਦੱਬਿਆ ਗਿਆ ਆ, ਉੱਥੇ ਲਿਜਾ ਕੇ ਉਸ ਮਸ਼ੀਨ ਨੂੰ ਚਲਾਉਣਾ ਸ਼ੁਰੂ ਕੀਤਾ ਸੀ। ਜਿਹਦੇ ਤੋਂ ਬਾਅਦ ਉਹਦੇ ਇਮੇਜਸ ਸਾਹਮਣੇ ਆਏ ਅਤੇ ਉਹਦੇ ਵਿੱਚੋਂ ਪਤਾ ਲੱਗਿਆ ਕਿ 215 ਬੱਚੇ ਇੱਥੇ ਦੱਬੇ ਪਏ ਆ। ਇਹ ਕਿਹਨੇ ਦੱਬੇ, ਕੌਣ ਨੇ, ਕੀ ਨਾਂ ਸੀ ਇਹਨਾਂ ਦਾ, ਕੀ ਇਹਨਾਂ ਨੂੰ ਹੋਇਆ ਸੀ, ਉਹਦੇ ਬਾਰੇ ਕੁਝ ਵੀ ਪਤਾ ਨਹੀਂ ਲੱਗਾ। ਕੈਮਲੂਪਸ ਤੋਂ ਬਾਅਦ ਇਹ ਸਿਲਸਿਲਾ ਸ਼ੁਰੂ ਹੋ ਗਿਆ। ਕੈਨੇਡਾ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਇਹ ਸਾਰਾ ਕੁਝ, ਇਸ ਤਰ੍ਹਾਂ ਦੀਆਂ ਹੋਰ ਘਟਨਾਵਾਂ ਹੋਈਆਂ, ਹੋਰ ਜਿਹੜੇ ਉਹਨਾਂ ਨੇ ਲੱਭਣ ਦੀ ਕੋਸ਼ਿਸ਼ ਕੀਤੀ ਅਤੇ ਉਹਨਾਂ ਨੂੰ ਹੋਰ ਇਸ ਤਰ੍ਹਾਂ ਦੀਆਂ ਅਨਮਾਰਕਡ ਗ੍ਰੇਵਸ ਮਿਲੀਆਂ। ਹੁਣ ਕੱਲ੍ਹ ਵਿਲੀਅਮ ਲੇਕਸ ਦੇ ਵਿੱਚ ਫਸਟ ਨੇਸ਼ਨਸ ਨੇ ਜਿਹੜੀ ਦੱਸਿਆ ਕਿ ਕਈ ਦਰਜਨਾਂ ਇੱਥੋਂ ਮਨੁੱਖੀ ਅਵਸ਼ੇਸ਼ ਧਰਤੀ ਦੇ ਥੱਲੇ ਦੱਬੇ ਪਏ ਆ। ਇੱਥੇ ਉਸ ਥਾਂ ਦੇ ਉੱਤੇ ਜਿੱਥੇ ਕਦੇ ਸੈਂਟ ਜੋਸਫਸ ਮਿਸ਼ਨ ਰੈਜ਼ੀਡੈਂਸ਼ੀਅਲ ਸਕੂਲ ਸੀ, ਗਰਾਊਂਡ ਪੈਨੀਟਰੇਟਿੰਗ ਰਡਾਰ ਲੈ ਕੇ ਉੱਥੇ ਉਹਨਾਂ ਨੇ ਜਦੋਂ ਦੇਖਿਆ ਤਾਂ 93 ਰਿਫਲੈਕਸ਼ਨਸ ਰਿਕਾਰਡ ਕੀਤੀਆਂ ਸੇਂਟ ਜੋਸਫਸ ਮਿਸ਼ਨ ਫਾਰਮਰ ਰੈਜ਼ੀਡੈਂਸ਼ੀਅਲ ਸਕੂਲ ਦੀਆਂ। ਇਹ ਕਿੰਨੇ ਸਕੂਲ ਆ, ਦੱਸ ਇਹ ਰਹੇ ਆ ਕਿ ਜੋ ਕੁਛ ਇਸ ਵੇਲੇ ਇਹ ਸਾਹਮਣੇ ਆਇਆ ਇਹ ਇੱਕ ਬਹੁਤ ਥੋੜ੍ਹੀ ਜਿਹੀ ਚੀਜ਼ ਆ। ਵੀ ਜੇ ਉਹਨਾਂ ਨੇ ਕਿਹਾ ਇੰਨੇ ਥਾਂ ਦੇ ਵਿੱਚੋਂ 95 ਸਾਨੂੰ ਲਾਸ਼ਾਂ ਪਤਾ ਲੱਗ ਰਹੀਆਂ ਕਿ ਧਰਤੀ ਦੇ ਥੱਲੇ ਦੱਬੀਆਂ ਗਈਆਂ ਆ, ਉਹ ਕਹਿੰਦੇ ਇੱਕ ਬਹੁਤ ਛੋਟੀ ਜਿਹੀ ਚੀਜ਼ ਆ। ਜਿਹੜਾ 480 ਹੈਕਟੇਅਰ ਲੈਂਡ ਆ ਜਿਹੜੀ ਇਹ ਸੇਂਟ ਜੋਸਫ ਦੇ ਨਾਲ ਕਨੈਕਟਡ ਆ, ਅਤੇ ਜਿਹਦੇ ਵਿੱਚੋਂ ਸਿਰਫ 14 ਹੈਕਟੇਅਰ ਨੂੰ ਇਸ ਵੇਲੇ ਸਰਚ ਕੀਤਾ ਗਿਆ। ਜੇ 14 ਹੈਕਟੇਅਰ ਦੇ ਵਿੱਚੋਂ 95 ਬੱਚਿਆਂ ਦੀਆਂ ਲਾਸ਼ਾਂ ਮਿਲੀਆਂ, ਅਤੇ ਜੇ 480 ਨੂੰ ਸਰਚ ਕਰ ਲਿਆ ਜਾਵੇ, ਅਤੇ ਜਿੰਨੇ ਰੈਜ਼ੀਡੈਂਸ਼ੀਅਲ ਸਕੂਲ ਕੈਨੇਡਾ ਦੇ ਵਿੱਚ ਸੀਗੇ ਉਹਨਾਂ ਦੇ ਵਿੱਚੋਂ ਸਰਚ ਕੀਤੀ ਜਾਵੇ, ਤਾਂ ਬਹੁਤ ਸਾਰੇ ਇਸ ਤਰ੍ਹਾਂ ਦੇ ਤੱਥ ਸਾਹਮਣੇ ਆ ਸਕਦੇ ਆ। ਉਹ ਬੱਚੇ ਜਿਹੜੇ ਸਕੂਲਾਂ ਦੇ ਵਿੱਚ ਗਏ ਪੜ੍ਹਨ ਦੇ ਲਈ, ਪਰ ਵਾਪਸ ਘਰਾਂ ਦੇ ਵਿੱਚ ਨਹੀਂ ਆਏ। ਆਪਣੇ ਆਪ ਦੇ ਵਿੱਚ ਇਹ ਇਤਿਹਾਸ ਬਹੁਤਾ ਲੋਕਾਂ ਨੂੰ ਪਤਾ ਨਹੀਂ ਸੀ। ਪਿਛਲੇ ਸਮੇਂ ਦੇ ਵਿੱਚ ਜਦੋਂ ਕੈਮਲੂਪਸ ਵਾਲਾ ਇਹ ਜਿਹੜੀ ਉਸ ਘਟਨਾ ਦੇ ਵਿੱਚ ਇਹ ਅਵਸ਼ੇਸ਼ ਸਾਹਮਣੇ ਆਏ ਸੀ, ਉਹਦੇ ਤੋਂ ਬਾਅਦ ਲੋਕਾਂ ਨੂੰ ਇਹਨਾਂ ਦੇ ਇਤਿਹਾਸ ਦਾ ਪਤਾ ਲੱਗਣਾ ਸ਼ੁਰੂ ਹੋਇਆ। ਇੰਡੀਜੀਨੀਅਸ ਲੋਕ, ਜਿਹੜੇ ਮੂਲ ਨਿਵਾਸੀ ਲੋਕ ਇੱਥੋਂ ਦੇ ਕੈਨੇਡਾ ਦੇ ਪਹਿਲਾਂ ਤੋਂ ਇੱਥੇ ਰਹਿੰਦੇ ਸੀ, ਜਿਹੜੇ ਧਰਤੀ ਨੂੰ ਪੂਜਦੇ ਆ, ਜਿਹੜੇ ਹਵਾ ਪਾਣੀ ਨੂੰ ਪੂਜਦੇ ਆ, ਧਰਤੀ ਨੂੰ ਮਾਂ ਸਮਾਨ ਉਹ ਪੂਜਾ ਕਰਦੇ ਆ, ਕੁਦਰਤ ਦੀ ਬਹੁਤ ਜ਼ਿਆਦਾ ਇੱਜ਼ਤ ਕਰਦੇ ਆ, ਕੁਦਰਤ ਦੇ ਅੰਗ ਸੰਗ ਰਹਿੰਦੇ ਸੀ। ਇਹਦੇ ਤੋਂ ਬਾਅਦ ਜਿਹੜੇ ਬਾਹਰੋਂ ਲੋਕ ਯੂਰਪ ਤੋਂ ਦੂਜੇ ਥਾਵਾਂ ਦੇ ਉੱਤੋਂ ਇੱਥੇ ਆਉਣੇ ਸ਼ੁਰੂ ਹੋ ਗਏ। ਇੱਥੇ ਆ ਕੇ ਉਹਨਾਂ ਨੇ ਵਸਣਾ ਸ਼ੁਰੂ ਕਰਤਾ। ਹੌਲੀ ਹੌਲੀ ਜਦੋਂ ਕੋਲੰਬਸ ਅਮਰੀਕਾ ਨੂੰ ਲੱਭਦਾ, ਫਿਰ ਕੈਨੇਡਾ ਵਾਲਾ ਪਾਸਾ, ਅਤੇ ਫਿਰ ਹੌਲੀ ਹੌਲੀ ਇੱਥੇ ਲੋਕ ਵਸਣੇ ਸ਼ੁਰੂ ਹੁੰਦੇ ਆ। ਫਿਰ ਉਹ ਆਪਣੇ ਨਾਲ ਸ਼ਰਾਬ ਲੈ ਕੇ ਆਉਂਦੇ ਆ, ਆਪਣੇ ਨਾਲ ਮਸਾਲੇ ਲੈ ਕੇ ਆਉਂਦੇ ਆ। ਇਹਨਾਂ ਲੋਕਾਂ ਨੂੰ, ਇਹ ਲੋਕ ਜਿਨ੍ਹਾਂ ਦੇ ਕਲਚਰ ਦੇ ਵਿੱਚ ਇਸ ਤਰ੍ਹਾਂ ਦੱਸਿਆ ਜਾਂਦਾ ਕਿ ਜਿਹੜਾ ਬੰਦਾ ਵੀ ਇਸ ਧਰਤੀ ਦੇ ਉੱਤੇ ਆਉਂਦਾ ਉਹਦਾ ਜੀ ਆਇਆਂ, ਉਹਦਾ ਸਵਾਗਤ ਕਰਨਾ ਚਾਹੀਦਾ। ਉਹਨਾਂ ਨੇ ਉਹਨਾਂ ਦਾ ਵੀ ਸਵਾਗਤ ਕੀਤਾ, ਅਤੇ ਹੌਲੀ ਹੌਲੀ ਹੋਇਆ ਇਹ ਕਿ ਤਰੱਕੀ ਦੇ ਨਾਂ 'ਤੇ, ਡਿਵੈਲਪਮੈਂਟ ਦੇ ਨਾਂ ਦੇ ਉੱਤੇ ਉਹਨਾਂ ਸਾਰਿਆਂ ਨੂੰ ਇੱਕ ਪਾਸੇ ਕਰ ਦਿੱਤਾ ਗਿਆ, ਅਤੇ ਅੱਜ ਦਾ ਮਾਡਰਨ ਕੈਨੇਡਾ, ਮਾਡਰਨ ਅਮਰੀਕਾ ਉਸ ਥਾਂ ਦੇ ਉੱਤੇ ਵਸ ਗਿਆ। ਉਹਦੇ ਤੋਂ ਬਾਅਦ 1900 ਦੇ ਵਿੱਚ ਇਹਦੇ ਨੇੜੇ ਤੇੜੇ 1996 ਦੇ ਵਿੱਚ ਆਖਰੀ ਰੈਜ਼ੀਡੈਂਸ਼ੀਅਲ ਸਕੂਲ ਬੰਦ ਹੁੰਦਾ। ਬਹੁਤ ਸਾਰੇ ਸਕੂਲ ਕੈਨੇਡਾ ਦੇ ਵਿੱਚ ਖੋਲ੍ਹੇ ਗਏ, ਔਰ ਜਦੋਂ ਇਹ ਸਕੂਲ ਖੋਲ੍ਹੇ ਗਏ, ਇਹਨਾਂ ਦੇ ਵਿੱਚ ਇਹ ਕਿਹਾ ਗਿਆ ਕਿ ਇਹ ਜਿਹੜੇ ਮੂਲ ਨਿਵਾਸੀ ਲੋਕ ਨੇ, ਇੱਥੋਂ ਦੇ ਮੂਲ ਵਸਿੰਦੇ ਨੇ, ਕਿਉਂਕਿ ਇਹਨਾਂ ਨੂੰ ਬਹੁਤ ਅੱਜ ਦੇ ਆਧੁਨਿਕ ਸੱਭਿਆਚਾਰ ਦਾ ਨਹੀਂ ਪਤਾ, ਇਹਨਾਂ ਨੂੰ ਮਾਡਰਨ ਲੈਂਗੁਏਜਸ ਦਾ ਨਹੀਂ ਪਤਾ, ਇਹਨਾਂ ਨੂੰ ਬਹਿਣਾ ਉੱਠਣਾ ਨਹੀਂ ਆਉਂਦਾ, ਇਹਨਾਂ ਨੂੰ ਪੜ੍ਹਾਈ ਨਹੀਂ ਆਉਂਦੀ, ਇਹਨਾਂ ਨੂੰ ਇਹ ਸਿਖਾਉਣੀ ਜ਼ਰੂਰੀ ਹੈ। ਉਹ ਸਿਖਾਉਣ ਦੇ ਨਾਂ ਥੱਲੇ ਇਹ ਸਕੂਲ, ਰੈਜ਼ੀਡੈਂਸ਼ੀਅਲ ਸਕੂਲ ਪੂਰੇ ਕੈਨੇਡਾ ਦੇ ਵਿੱਚ ਹਰ ਥਾਂ ਦੇ ਉੱਤੇ ਬਣਾਏ ਗਏ, ਔਰ ਇਹਨਾਂ ਨੂੰ ਸਰਕਾਰ ਰਨ ਕਰਦੀ ਸੀ ਅਤੇ ਦੂਜਾ ਚਰਚ ਰਨ ਕਰਦਾ ਸੀ। ਉਹਨਾਂ ਸਕੂਲਾਂ ਦੇ ਵਿੱਚ ਇੱਥੋਂ ਦੇ ਮੂਲ ਨਿਵਾਸੀਆਂ ਦੇ ਬੱਚਿਆਂ ਨੂੰ ਘਰਾਂ ਦੇ ਵਿੱਚੋਂ ਲੈ ਆਉਂਦੇ ਸੀ।
ਜਾਂਦੇ ਸੀ ਬਿਨਾਂ ਪੁੱਛੇ ਕਿਸੇ 3-3 ਸਾਲ ਦੇ 4-4 ਸਾਲ ਦੇ ਬੱਚਿਆਂ ਨੂੰ ਚੱਕ ਕੇ ਲਿਆ ਕੇ ਨਾ ਸਕੂਲਾਂ ਦੇ ਵਿੱਚ ਰੱਖ ਦਿੰਦੇ ਸੀ। ਆਉਂਦੇ ਸਾਰ ਪਹਿਲਾਂ ਉਹਨਾਂ ਦੇ ਵਾਲ ਕੱਟਦੇ ਸੀ, ਕਿਉਂਕਿ ਇਹਨਾਂ ਦੇ ਵਿੱਚ ਕਲਚਰ ਆ ਵਾਲ ਰੱਖਣ ਦਾ। ਉਹਦੇ ਤੋਂ ਬਾਅਦ ਉਹਨਾਂ ਦੇ ਕੱਪੜੇ ਬਦਲਦੇ ਸੀ, ਜਿਹੜੇ ਉਹਨਾਂ ਦੇ ਸੱਭਿਆਚਾਰ ਦੇ ਕੱਪੜੇ ਸੀ ਉਹਨਾਂ ਦੀ ਥਾਂ ਦੇ ਉੱਤੋਂ ਆਪਣੇ ਕੱਪੜੇ ਦਿੰਦੇ ਸੀ। ਜਿਹੜੀ ਭਾਸ਼ਾ ਉਹ ਬੋਲਦੇ ਸੀ ਉਸ ਭਾਸ਼ਾ ਨੂੰ ਛੱਡ ਕੇ ਉਹਨਾਂ ਨੂੰ ਅੰਗਰੇਜ਼ੀ ਬੋਲਣ ਦੇ ਲਈ ਮਜਬੂਰ ਕੀਤਾ ਜਾਂਦਾ ਸੀ, ਅੰਗਰੇਜ਼ੀ ਉਹਨਾਂ ਨੂੰ ਸਿਖਾਈ ਜਾਂਦੀ ਸੀ। ਤੇ ਜੇ ਸਾਰਾ ਸਾਲ ਉਹਨਾਂ ਨੂੰ ਘਰ ਨਹੀਂ ਸੀ ਜਾਣ ਦਿੱਤਾ ਜਾਂਦਾ। ਜੇ ਕੋਈ ਬੱਚਾ ਬਹੁਤ ਚੰਗੀ ਤਰ੍ਹਾਂ ਵਿਵਹਾਰ ਕਰਦਾ ਸੀ, ਚੰਗਾ ਬਣ ਕੇ ਰਹਿੰਦਾ ਸੀ, ਭਾਵ ਆਪਣੀ ਜ਼ੁਬਾਨ ਛੱਡ ਦਿੰਦਾ ਸੀ, ਉਹਨਾਂ ਦਾ ਕਹਿਣਾ ਮੰਨਦਾ ਸੀ, ਸਾਰਾ ਕੁਝ ਉਸ ਤਰੀਕੇ ਨਾਲ ਕਰਦਾ ਸੀ, ਤਾਂ ਉਹਨੂੰ ਕ੍ਰਿਸਮਸ ਦੇ ਉੱਤੇ ਕੁਝ ਦਿਨਾਂ ਦੇ ਲਈ ਉਹਦੇ ਮਾਪਿਆਂ ਦੇ ਨਾਲ ਮਿਲਾਇਆ ਜਾਂਦਾ ਸੀ। ਮਾਪੇ ਕਦੇ ਵੀ ਆਪਣੇ ਬੱਚਿਆਂ ਨੂੰ ਮੁੜ ਕੇ ਦੇਖਦੇ ਨਹੀਂ ਸੀ। ਇਹਨਾਂ ਸਕੂਲਾਂ ਦੇ ਵਿੱਚ ਇਹਨਾਂ ਦੇ ਉੱਤੇ ਜ਼ੁਲਮ ਹੁੰਦਾ ਸੀ, ਕੀ ਕੁਛ ਹੁੰਦਾ ਸੀ, ਸੈਕਸ਼ੂਅਲ ਅਬਿਊਜ਼ ਹੁੰਦਾ ਸੀ। ਬਾਅਦ ਦੇ ਵਿੱਚ ਇਹ ਬਹੁਤ ਸਾਰੇ ਭੱਜ ਜਾਂਦੇ ਸੀ, ਕੋਈ ਭੱਜ ਜਾਂਦੇ ਸੀ ਜਾਂ ਮਾਰ ਦਿੱਤੇ ਜਾਂਦੇ ਸੀ, ਮਾਰ ਕੇ ਦੱਬ ਦਿੱਤੇ ਜਾਂਦੇ ਸੀ। ਇਹ ਇੱਕ ਇਤਿਹਾਸ ਦਾ ਬਹੁਤ ਸ਼ਰਮਨਾਕ ਪੰਨਾ ਆ, ਜਿਹਦੇ ਉਸ ਕਿਤਾਬ ਦੇ ਵਰਕੇ ਹੌਲੀ ਹੌਲੀ ਖੁੱਲ੍ਹਣੇ ਸ਼ੁਰੂ ਹੋਏ ਆ। ਅਤੇ ਹੁਣ ਵਿਲੀਅਮ ਲੇਕਸ ਦੇ ਵਿੱਚ ਸੈਂਟ ਜੋਸਫਸ ਸਕੂਲ, ਰੈਜ਼ੀਡੈਂਸ਼ੀਅਲ ਸਕੂਲ ਦੀ ਥਾਂ ਦੇ ਉੱਤੋਂ 95 ਅਵਸ਼ੇਸ਼ ਮਿਲੇ ਆ। ਪਤਾ ਲੱਗਿਆ ਕਿ ਇੱਥੇ 95 ਜਿਹੜੇ ਲਾਸ਼ਾਂ ਆ ਇੱਥੇ ਦੱਬੀਆਂ ਪਈਆਂ, ਜਿਨ੍ਹਾਂ ਦਾ ਹਿਸਾਬ ਕਿਤਾਬ ਕੋਈ ਨਹੀਂ ਵੀ ਇਹ ਕੌਣ ਸੀ। ਜਿਹੜੇ ਆਰਕੀਓਲੋਜਿਸਟ ਆ ਉਹ ਇਹਦੇ ਬਾਰੇ ਗੱਲਬਾਤ ਕਰ ਰਹੇ ਆ ਕਿ ਕੌਣ ਸੀ ਇੱਥੇ, ਕਿਸ ਤਰੀਕੇ ਦੇ ਨਾਲ ਇਹ ਆਏ ਆ, ਕੀ ਇਹਦਾ ਹੋ ਸਕਦਾ, ਅਤੇ ਅਗਲੇ ਥਾਵਾਂ ਦੇ ਉੱਤੇ ਕਿੰਨੀ ਇਹਨਾਂ ਦੀ ਗਿਣਤੀ ਹੋਊਗੀ। ਇਹ ਵੀ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਆ। ਪਿਛਲੀ ਇਲੈਕਸ਼ਨ ਦੇ ਵਿੱਚ ਇਹ ਰਾਸ਼ਟਰੀ ਮੁੱਦਾ ਵੀ ਬਣਿਆ ਸੀ। ਇਹ ਜਿਹੜਾ ਰੈਜ਼ੀਡੈਂਸ਼ੀਅਲ ਸਕੂਲ ਸੀ ਵਿਲੀਅਮ ਲੇਕਸ ਵਾਲਾ 1981 ਦੇ ਵਿੱਚ ਬੰਦ ਹੋ ਗਿਆ ਸੀ। ਹੁਣ ਇਹ ਰਿਪੋਰਟ ਕੱਲ੍ਹ ਰਿਲੀਜ਼ ਕੀਤੀ ਗਈ ਆ, ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਰਿਪੋਰਟਸ ਸਿਰਫ ਸੇਂਟ ਜੋਸਫਸ ਮਿਸ਼ਨ ਰੈਜ਼ੀਡੈਂਸ਼ੀਅਲ ਸਕੂਲ ਦੀਆਂ ਨਹੀਂ, ਸਗੋਂ ਬਾਕੀ ਸਕੂਲਾਂ ਦੀਆਂ ਵੀ ਸਾਹਮਣੇ ਆਉਣਗੀਆਂ। ਇੱਕ ਬਹੁਤ ਕੈਨੇਡਾ ਦੇ ਇਤਿਹਾਸ ਦਾ ਦੁਖਦਾਈ ਪੱਖ, ਬਹੁਤ ਸਾਰੇ ਬੱਚੇ ਉਹਨਾਂ ਦੇ ਵਿੱਚੋਂ ਪੜ੍ਹ ਗਏ। ਉਹ ਅੱਜ ਵੀ ਦੱਸਦੇ ਆ ਕਿ ਉਹਨਾਂ ਸਕੂਲਾਂ ਦੇ ਵਿੱਚ ਕੀ ਬਣਦਾ ਸੀ, ਕਿਸ ਤਰ੍ਹਾਂ ਉਹ ਘਰਦਿਆਂ ਤੋਂ ਜੁਦਾ ਹੋ ਗਏ। ਉਹਦੇ ਲਈ ਸਰਕਾਰ ਨੇ ਬਹੁਤ ਕੁਛ ਕੀਤਾ, ਜਿਹੜਾ ਅਸੀਂ ਟਰੁਥ ਐਂਡ ਰੀਕਨਸਾਈਲੇਸ਼ਨ ਡੇ ਵੀ ਮਨਾਉਂਦੇ ਹਾਂ, ਕਮਿਸ਼ਨ ਵੀ ਉਹਦੇ ਉੱਤੇ ਬੈਠਿਆ। ਪਰ ਹੁਣ ਜਦੋਂ ਦਾ ਕੈਮਲੂਸ ਵਾਲੇ ਜਿਹੜੇ ਉਹ ਬੱਚਿਆਂ ਦੇ ਅਨਮਾਰਕਡ ਗ੍ਰੇਵਸ ਲੱਭੀਆਂ ਸੀ, ਉਹਦੇ ਤੋਂ ਬਾਅਦ ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਕੱਲ੍ਹ ਦੀ ਰਿਪੋਰਟ ਦੇ ਵਿੱਚ ਵਿਲੀਅਮ ਲੇਕਸ ਦੇ ਸੇਂਟ ਜੋਸਫ ਮਿਸ਼ਨ ਰੈਜ਼ੀਡੈਂਸ਼ੀਅਲ ਸਕੂਲ ਦੇ ਥਾਂ ਤੋਂ 95 ਬੱਚਿਆਂ ਦੀਆਂ ਲਾਸ਼ਾਂ ਦੇ ਜਿਹੜੇ ਅੰਦਾਜ਼ੇ ਆ ਉੱਥੋਂ ਲਾਏ ਜਾ ਰਹੇ ਆ। ਕੁਝ ਖਬਰਾਂ ਇਸ ਵੇਲੇ ਪੂਰੀ ਦੁਨੀਆ ਦੇ ਵਿੱਚ ਚਰਚਾ 'ਚ ਨੇ। ਜਿੱਥੇ ਓਮੀਕਰੋਨ ਵੇਰੀਐਂਟ ਕੋਵਿਡ-19 ਬਾਰੇ ਗੱਲਾਂ ਚੱਲਦੀਆਂ, ਉੱਥੇ ਇੱਕ ਹੋਰ ਬਹੁਤ ਵੱਡੀ ਖਬਰ ਆ ਜਿਹਦੇ ਬਾਰੇ ਨਿੱਤ ਹੀ ਕਿਸੇ ਨਾ ਕਿਸੇ ਅਖਬਾਰ ਦੇ ਵਿੱਚ, ਕਿਸੇ ਨਾ ਕਿਸੇ ਟੀਵੀ ਦੇ ਉੱਤੇ ਗੱਲ ਹੁੰਦੀ ਆ। ਉਹ ਯੂਕਰੇਨ ਦਾ ਮਸਲਾ। ਯੂਕਰੇਨ ਇੱਕ ਦੇਸ਼ ਆ ਅਤੇ ਰੂਸ ਦੇ ਨਾਲ ਲੱਗਦਾ, ਕਿਸੇ ਵੇਲੇ ਰੂਸ ਦਾ ਹਿੱਸਾ ਰਿਹਾ ਸੀ। ਇਸ ਦੇ ਉੱਤੇ ਕੈਨੇਡਾ ਯੂਕਰੇਨ ਦੀ ਮਦਦ ਕਰ ਰਿਹਾ, ਜਿਹੜੇ ਬਾਕੀ ਦੇਸ਼ ਨੇ ਅਮਰੀਕਾ, ਉਹ ਵੀ ਯੂਕਰੇਨ ਦੀ ਮਦਦ ਕਰ ਰਿਹਾ। ਰੂਸ ਇਸ ਮਦਦ ਨੂੰ ਪਸੰਦ ਨਹੀਂ ਕਰਦਾ ਅਤੇ ਇਸ ਵੇਲੇ ਹਾਲਾਤ ਇਹ ਬਣੇ ਆ, ਕਿਹਾ ਜਾ ਰਿਹਾ ਕਿ ਵਿਸ਼ਵ ਯੁੱਧ ਵੀ ਲੱਗ ਸਕਦਾ, ਪਰਮਾਣੂ ਜੰਗ ਵੀ ਲੱਗ ਸਕਦੀ ਹੈ, ਕਿਉਂਕਿ ਰੂਸ ਆਪਣੀ ਜਿੱਦ ਨਹੀਂ ਛੱਡ ਰਿਹਾ ਅਤੇ ਬਾਕੀ ਦੇਸ਼ ਯੂਕਰੇਨ ਦੀ ਮਦਦ ਕਰਨ ਦੇ ਲਈ ਇਸ ਵੇਲੇ ਪੂਰੀ ਤਰ੍ਹਾਂ ਤਿਆਰ ਨੇ। ਮਾਮਲਾ ਕੀ ਹੈ? ਯੂਕਰੇਨ ਤੇ ਰੂਸ ਦੇ ਵਿੱਚ ਯੁੱਧ ਦੇ ਜਿਹੜੇ ਇਸ ਵੇਲੇ ਬੱਦਲ ਛਾਏ ਆ। ਰੂਸ ਨੇ ਯੂਕਰੇਨ ਦੇ ਨਾਲ ਜੁੜੀ ਜਿਹੜੀ ਉਹਨਾਂ ਦੀ ਲੈਂਡ ਬਾਰਡਰ ਆ, ਉਹਦੇ ਉੱਤੇ 1 ਲੱਖ ਤੋਂ ਜ਼ਿਆਦਾ ਸੈਨਿਕ ਕਹਿੰਦੇ ਪੂਰੀ ਤੈਨਾਤੀ ਦੇ ਨਾਲ ਲਾਏ ਆ, ਸਮੁੰਦਰ ਦੀ ਘੇਰਾਬੰਦੀ ਸ਼ੁਰੂ ਕੀਤੀ ਆ। ਇਹ ਤੋਂ ਬਾਅਦ ਸਵਾਲ ਇਹੀ ਉੱਠਦਾ ਕਿ ਜਿਹੜੇ ਵਲਾਦੀਮੀਰ ਪੁਤਨ ਆ, ਰੂਸ ਦਾ ਤਾਨਾਸ਼ਾਹ ਆ, ਉਹ ਇਸ ਵੇਲੇ ਯੂਕਰੇਨ ਦੇ ਉੱਤੇ ਹਮਲਾ ਕਿਉਂ ਕਰਨਾ ਚਾਹੁੰਦਾ, ਜਾਂ ਇਹ ਮਾਮਲਾ ਕੀ ਆ? ਐਕਸਪਰਟ ਇਹਦੇ ਪਿੱਛੇ ਵਜ੍ਹਾ ਦੱਸਦੇ 1992 ਤੋਂ ਪਹਿਲਾਂ ਦਾ ਸੋਵੀਅਤ ਯੂਨੀਅਨ ਜਦੋਂ ਟੁੱਟਦਾ ਆ, ਉਹਦੇ ਤੋਂ ਬਾਅਦ ਯੂਕਰੇਨ ਉਹਦੇ ਤੋਂ ਅਲੱਗ ਹੋ ਜਾਂਦਾ, ਬਹੁਤ ਸਾਰੇ ਹਿੱਸਿਆਂ ਦੇ ਵਿੱਚੋਂ ਟੁੱਟ ਜਾਂਦਾ। ਦੁਨੀਆ ਦੀ ਜਿੱਥੇ ਅਮਰੀਕਾ ਅੱਜ ਤੱਕ ਸਭ ਤੋਂ ਵੱਡੀ ਤਾਕਤ ਆ, ਉਹਨੂੰ ਬਰਾਬਰ ਟੱਕਰ ਦੇਣ ਵਾਲਾ ਕਿਸੇ ਵੇਲੇ ਸੋਵੀਅਤ ਯੂਨੀਅਨ ਸੀ। ਅਮਰੀਕਾ ਦੇ ਬਰਾਬਰ ਦੀ ਟੱਕਰ ਮੰਨੀ ਜਾਂਦੀ ਸੀ। ਉਹਦੇ ਵਿੱਚ ਬਹੁਤ ਕੁਝ ਹੋਇਆ ਉੱਥੇ, ਉਹਦੇ ਨਾਲ ਉਹ ਟੁੱਟਣਾ ਸ਼ੁਰੂ ਹੋ ਗਿਆ, ਬਿਖਰ ਗਿਆ ਇੱਕ ਦਿਨ। ਪਰ ਹੁਣ ਦੁਬਾਰਾ ਫੇਰ ਉਹ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਕਿ ਉਹਨਾਂ ਦੇ ਵਿੱਚੋਂ ਕੋਈ ਦੇਸ਼ ਨਿਕਲ ਕੇ ਜਿਹੜਾ ਟੁੱਟ ਕੇ ਆਪਣੀ ਇੱਕ ਹੈਸੀਅਤ ਰੱਖ ਰਿਹਾ, ਅਤੇ ਉਹ ਦੇਸ਼ ਕਿਸੇ ਨਾ ਕਿਸੇ ਤਰ੍ਹਾਂ ਪੱਛਮੀ ਦੇਸ਼ਾਂ ਦੀ ਮਦਦ ਲੈ ਰਿਹਾ। ਸੋਵੀਅਤ ਦਾ ਜਦੋਂ ਪਤਨ ਹੋਇਆ, ਯੂਕਰੇਨ ਅਲੱਗ ਦੇਸ਼ ਬਣ ਗਿਆ। ਰੂਸ ਲਈ ਸਭ ਤੋਂ ਵੱਧ ਤਕਲੀਫ ਦੇ ਘਟਨਾ ਇਹ ਦੱਸੀ ਜਾਂਦੀ ਹੈ। ਪੁਤਿਨ ਯੂਕਰੇਨ ਨੂੰ ਫਿਰ ਰੂਸ ਦੇ ਵਿੱਚ ਮਿਲਾਉਣਾ ਚਾਹੁੰਦਾ, ਇਤਿਹਾਸ ਬਣਾਉਣਾ ਚਾਹੁੰਦਾ। ਪੁਤਿਨ ਰੂਸੀ ਰਾਸ਼ਟਰਵਾਦ ਦਾ ਨਾਇਕ ਬਣਨਾ ਚਾਹੁੰਦਾ। 2014 ਦੇ ਵਿੱਚ ਕ੍ਰੀਮੀਆ ਦੇ ਉੱਤੇ ਕਬਜ਼ੇ ਤੋਂ ਬਾਅਦ ਯੂਕਰੇਨ ਦੇ ਉੱਤੇ ਰੂਸੀ ਹਮਲੇ ਦਾ ਖਤਰਾ ਬਹੁਤ ਜ਼ਿਆਦਾ ਵੱਧ ਗਿਆ। ਹਾਲ ਦੇ ਵਿੱਚ ਹੀ ਜਿਹੜਾ ਯੂਕਰੇਨ ਦਾ ਪੱਛਮੀ ਦੇਸ਼ਾਂ ਦੇ ਨਾਲ ਮੇਲਜੋਲ ਵਧਿਆ, ਇਹ ਮੇਲਜੋਲ ਜਿਹੜਾ ਵਧਿਆ ਪੱਛਮੀ ਦੇਸ਼ਾਂ ਦੇ ਨਾਲ ਯੂਕਰੇਨ ਦਾ, ਇਹ ਰੂਸ ਨੂੰ ਖੜਕ ਰਿਹਾ। ਉਹਨਾਂ ਨੂੰ ਇੱਦਾਂ ਲੱਗਦਾ ਕਿ ਸਾਡੇ ਆਪਣੇ ਇਲਾਕੇ ਦੇ ਵਿੱਚ ਆ ਕੇ ਦੂਜੇ ਦੇਸ਼ ਸਾਡੇ ਲਈ ਖਤਰਾ ਬਣ ਸਕਦੇ ਆ। ਇਹ ਤੋਂ ਇਲਾਵਾ ਜਿਹੜਾ ਯੂਕਰੇਨ ਆ, ਨਾਟੋ ਦਾ ਜਿਹੜਾ ਗਠਬੰਧਨ ਆ, ਇਸ ਪਾਸੇ ਜੇਕਰ ਸ਼ਾਮਲ ਹੋ ਜਾਂਦਾ ਤਾਂ ਨਾਟੋ ਸੈਨਾ ਰੂਸੀ ਬਾਰਡਰ ਦੇ ਨਜ਼ਦੀਕ ਪਹੁੰਚ ਜਾਊਗੀ। ਪੁਤਨ ਇਸ ਗੱਲ ਤੋਂ ਵੀ ਡਰਦੇ ਆ
ਤੇ ਇਸ ਗੱਲ ਕਰਕੇ ਉਹ ਕਿਸੇ ਨਾ ਕਿਸੇ ਤਰ੍ਹਾਂ ਹਮਲਾ ਕਰਕੇ ਯੂਕਰੇਨ ਨੂੰ ਆਪਣੇ ਕਬਜ਼ੇ ਦੇ ਵਿੱਚ ਕਰਨਾ ਚਾਹੁੰਦੇ ਆ। ਸਵਾਲ ਇਹ ਆ ਕਿ ਕੀ ਇਸ ਮਾਮਲੇ ਦੇ ਵਿੱਚ ਹੁਣ ਸਮਝੌਤਾ ਹੋ ਜਾਊਗਾ। ਰੂਸ ਦੀ ਸਭ ਤੋਂ ਵੱਡੀ ਸ਼ਰਤ ਇਹ ਆ ਕਿ ਨਾਟੋ ਇਹ ਵਾਅਦਾ ਕਰੇ ਕਿ ਜਿਹੜਾ ਯੂਕਰੇਨ ਆ ਉਹਦੇ ਵਿੱਚ ਦਾਖਲ ਨਹੀਂ ਹੋਊਗਾ। ਦਰਅਸਲ ਰੂਸ ਚਾਹੁੰਦਾ ਕਿ 1990 ਦੇ ਵਿੱਚ ਜਿਹੜਾ ਦਬਦਬਾ ਉਹਦਾ ਉਸ ਰੀਜਨ ਦੇ ਉੱਤੇ, ਉਸ ਖੇਤਰ ਦੇ ਉੱਤੇ ਸੀਗਾ, ਉਸੇ ਤਰ੍ਹਾਂ ਬਣਿਆ ਰਹੇ। ਪੁੱਤ ਨੇ ਕਦੇ ਵੀ ਨਹੀਂ ਚਾਹੁੰਦੇ ਕਿ ਉਹਨਾਂ ਦਾ ਜਿਹੜਾ ਗੁਆਂਢੀ ਆ ਉਹ ਕਿਸੇ ਵੀ ਸੂਰਤ ਦੇ ਵਿੱਚ ਪੱਛਮੀ ਦੇਸ਼ ਜਾਣੀ ਕਿ ਅਮਰੀਕਾ ਤੇ ਨਾਟੋ ਦੇ ਨਾਲ ਬਣੇ ਜਾਂ ਨਾਟੋ ਦੇ ਵਿੱਚ ਸ਼ਾਮਲ ਹੋਵੇ। ਰੂਸ ਦੇ ਲੋਕਾਂ ਦੀ ਵੀ ਕਹਿੰਦੇ ਇਹੀ ਭਾਵਨਾ ਆ। 2014 ਦੇ ਵਿੱਚ ਰੂਸ ਕ੍ਰੀਮੀਆ ਉੱਤੇ ਕਬਜ਼ਾ ਕਰਦਾ ਆ। ਅਮਰੀਕਾ ਵੀ ਰੂਸ ਦੀ ਤਾਕਤ ਤੋਂ ਵਾਕਫ ਆ। ਇੱਕ ਤਰ੍ਹਾਂ ਨਾਲ ਇਹ ਕੋਲਡ ਵਾਰ ਸ਼ੁਰੂ ਹੋ ਚੁੱਕੀ ਆ। ਦੋਨਾਂ ਦੇਸ਼ਾਂ ਦੇ ਕੋਲ ਐਟਮੀ ਤਾਕਤ ਆ ਤੇ ਇਹੀ ਗੱਲ ਦੋਵੇਂ ਦੱਸਣਾ ਚਾਹੁੰਦੇ ਆ ਕਿ ਅਸੀਂ ਆਪਣੀ ਤਾਕਤ ਦੇ ਨਾਲ ਕੌਣ ਆਪਣਾ ਦਬਦਬਾ ਬਣਾ ਸਕਦਾ। ਜੇਕਰ ਹਾਲਾਤ ਖਰਾਬ ਹੋ ਜਾਂਦੇ ਆ ਤਾਂ ਜੰਗ ਤੋਂ ਬਚਿਆ ਨਹੀਂ ਜਾ ਸਕਦਾ। ਪਰ ਦੱਸਿਆ ਜਾ ਰਿਹਾ ਕਿ ਜਿਹੜੇ ਵਲਾਦੀਮੀਰ ਪੁਤਿਨ ਆ, ਰੂਸ ਦੇ ਰਾਸ਼ਟਰਪਤੀ, ਉਹਨਾਂ ਦੇ ਐਡਵਾਈਜ਼ਰਸ ਨੂੰ ਵੀ ਇਹ ਨਹੀਂ ਪਤਾ ਕਿ ਇਹਨਾਂ ਦੇ ਦਿਮਾਗ ਦੇ ਵਿੱਚ ਚੱਲਦਾ ਕੀ ਆ ਤੇ ਇਹਨਾਂ ਨੇ ਕਰਨਾ ਕੀ ਆ। ਇਹੀ ਗੱਲ ਆ ਕਿ ਜਿਹੜਾ ਮਤਲਬ ਪੁਤਿਨ ਨੇ ਮੰਨਣ ਨੂੰ ਤਿਆਰ ਨਹੀਂ ਕਿ ਯੂਕਰੇਨ ਇੱਕ ਅਲੱਗ ਦੇਸ਼ ਆ। ਉਹ ਇਹਨੂੰ ਮੰਨਦੇ ਆ ਕਿ ਜਿਹੜਾ ਸੋਵੀਅਤ ਸੰਘ ਜਦੋਂ ਟੁੱਟਦਾ ਆ, ਰਸ਼ੀਆ ਟੁਕੜੇ ਟੁਕੜੇ ਹੁੰਦਾ, ਉਹ ਕਹਿੰਦੇ ਇੱਕ ਗਲਤੀ ਸੀਗੀ ਤੇ ਸਾਨੂੰ ਇਹਨੂੰ ਦਰੁਸਤ ਕਰਨਾ ਚਾਹੀਦਾ। ਇਸ ਕਰਕੇ ਉਹ ਕਹਿੰਦੇ ਲੜਾਈ ਦੇ ਲਈ ਵੀ ਅਸੀਂ ਤਿਆਰ ਹਾਂ। ਜੇ ਲੜਾਈ ਹੁੰਦੀ ਆ ਕਦੋਂ ਤੱਕ ਚੱਲੂਗੀ? ਕੁਛ ਹਫ਼ਤੇ ਲੰਬੀ ਚੱਲੂਗੀ। ਚੀਨ ਦੇ ਵਿੱਚ ਅਗਲੇ ਮਹੀਨੇ ਵਿੰਟਰ ਓਲੰਪਿਕ ਹੋ ਰਹੇ ਆ। ਇਹ ਵੀ ਕਿਹਾ ਜਾ ਰਿਹਾ ਕਿ ਵਲਾਦੀਮੀਰ ਪੁਤਿਨ ਉਦੋਂ ਤੱਕ ਉਡੀਕ ਕਰ ਰਹੇ ਕਿਉਂਕਿ ਚੀਨ ਵੀ ਇੱਕ ਕਿਸੇ ਵੇਲੇ ਕਮਿਊਨਿਸਟ ਕੰਟਰੀ ਸੀ, ਰੂਸ ਵੀ ਕਮਿਊਨਿਸਟ ਕੰਟਰੀ ਸੀ। ਇਹ ਚੀਨ ਜਿਹੜਾ ਰੂਸ ਜਿਹੜਾ ਆ ਉਹ ਚੀਨ ਦੀ ਕਿਸੇ ਨਾ ਕਿਸੇ ਤਰ੍ਹਾਂ ਮਦਦ ਵੀ ਭਾਲ ਰਿਹਾ ਆ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਉਹਨਾਂ ਨੇ ਲੰਘੇ ਐਤਵਾਰ ਇੱਕ ਗੱਲਬਾਤ ਦੇ ਵਿੱਚ ਕਿਹਾ ਸੀ ਕਿ ਸਾਡੀ ਡਿਪਲੋਮੈਸੀ ਨੂੰ ਸਾਡੀ ਕਮਜ਼ੋਰੀ ਨਾ ਸਮਝਿਆ ਜਾਵੇ, ਕਿ ਇਹ ਗਲਤਫਹਿਮੀ ਨਾ ਹੋਵੇ ਵਲਾਦੀਮੀਰ ਪੁਤਿਨ ਨੂੰ ਕਿ ਜਿਹੜਾ ਯੂਕਰੇਨ ਦੇ ਮਾਮਲੇ ਦੇ ਵਿੱਚ ਅਸੀਂ ਕਮਜ਼ੋਰ ਆ। ਸੋ ਇਸ ਮਾਮਲੇ ਦੇ ਵਿੱਚ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਬਣਦਾ ਆ। ਯੂਕਰੇਨ ਦੇ ਵਿੱਚ ਹਾਲਾਂਕਿ ਕਰਪਸ਼ਨ ਬਹੁਤ ਆ, ਉਹ ਲੱਗਦਾ ਹੀ ਨਹੀਂ, ਇਹ ਗੱਲ ਵੀ ਨਹੀਂ ਲੱਗਦੀ ਕਿ ਅਗਲੇ 20 ਸਾਲਾਂ ਤੱਕ ਉਹ ਨਾਟੋ ਦੇ ਵਿੱਚ ਸ਼ਾਮਲ ਹੋ ਸਕੂਗਾ। ਪਰ ਫਿਰ ਵੀ ਜਿਹੜੇ ਬਾਈਡਨ ਵੀ ਆ ਉਹ ਇਹ ਖੁਦ ਕਹਿ ਚੁੱਕਿਆ ਹੈ ਕਿ ਯੂਕਰੇਨ ਦਾ ਨਾਟੋ ਦੇ ਵਿੱਚ ਸ਼ਾਮਲ ਹੋਣਾ ਸੰਭਵ ਹੀ ਨਹੀਂ ਆ। ਇਹਦਾ ਮਤਲਬ ਇਹ ਆ ਕਿ ਰੂਸ ਦਾ ਸ਼ੱਕ, ਰੂਸ ਦਾ ਡਰ ਗਲਤ ਆ ਤੇ ਇਹਦਾ ਹੱਲ ਕਿਸੇ ਨਾ ਕਿਸੇ ਤਰ੍ਹਾਂ ਗੱਲਬਾਤ ਦੇ ਨਾਲ ਨਿਕਲਣਾ ਚਾਹੀਦਾ। ਵਲਾਦੀਮੀਰ ਪੁਤਿਨ ਅਮਰੀਕਾ ਦੇ ਉੱਤੇ ਯੂਕਰੇਨ ਦੇ ਆਪਣੇ ਐਟਮੀ ਹਥਿਆਰ ਤੈਨਾਤ ਕਰਨਾ ਚਾਹੁੰਦੇ ਆ, ਜਦੋਂ ਕਿ ਵਾਈਟ ਹਾਊਸ ਕਈ ਵਾਰੀ ਇਹ ਕਹਿ ਚੁੱਕਾ ਕਿ ਉਹਨਾਂ ਦਾ ਇੱਦਾਂ ਦਾ ਕੋਈ ਪਲਾਨ ਹੈ ਨਹੀਂ ਹੈ। ਇਸ ਮਾਮਲੇ ਦੇ ਵਿੱਚ ਗੱਲਬਾਤ ਦੇ ਨਾਲ ਸਮਝੌਤਾ ਹੋ ਸਕਦਾ। 1997 ਦੇ ਵਿੱਚ ਰੂਸ ਦੇ ਉਸ ਵੇਲੇ ਦੇ ਜਿਹੜੇ ਰਾਸ਼ਟਰਪਤੀ ਸੀਗੇ ਬੋਰਿਸ ਯੈਲਤਸਿਨ, ਉਹਨਾਂ ਨੇ ਅਮਰੀਕੀ ਕਾਊਂਟਰਪਾਰਟ ਬਿਲ ਕਲਿੰਟਨ ਦੇ ਵਿੱਚ ਦੋਵਾਂ ਦੇ ਵਿੱਚ ਸਮਝੌਤਾ ਵੀ ਹੋ ਗਿਆ ਸੀ। ਇਹਦੇ ਵਿੱਚ ਇਹ ਕਿਹਾ ਗਿਆ ਸੀ ਕਿ ਯੂਰਪ, ਸੋਵੀਅਤ ਸੰਘ ਤੇ ਅਲੱਗ ਹੋਏ ਦੇਸ਼ਾਂ ਦੇ ਵਿੱਚ ਜਿਹੜੇ ਉਹਨਾਂ ਨੂੰ ਨਾਟੋ ਦੇ ਵਿੱਚ ਜੇ ਉਹ ਦੇਸ਼ ਹੋਣ ਤਾਂ ਚਾਹੁਣ ਤਾਂ ਉਹ ਨਾਟੋ ਦੇ ਵਿੱਚ ਸ਼ਾਮਲ ਹੋ ਸਕਦੇ ਆ। ਹੁਣ ਪੁਤਿਨ ਇਹ ਚਾਹੁੰਦੇ ਆ ਕਿ ਯੂਰਪ ਦੇ ਵਿੱਚ ਕੋਈ ਵੀ ਐਟਮ ਦੇ ਹਥਿਆਰ ਨਾ ਤੈਨਾਤ ਕੀਤਾ ਜਾਵੇ, ਜਦੋਂ ਕਿ ਜਰਮਨੀ, ਤੁਰਕੀ, ਇਟਲੀ, ਬੈਲਜੀਅਮ ਦੇ ਕੋਲ ਦੱਸਦੇ ਆ ਕਿ ਕਈ ਸਾਲਾਂ ਤੋਂ ਇਹ ਹਥਿਆਰ ਮੌਜੂਦ ਆ। ਇਹ ਜਿੰਨੀ ਟੈਨਸ਼ਨ ਉੱਥੇ ਵਧੀ ਆ, ਉੱਥੇ ਕੱਲ੍ਹ ਕੈਨੇਡਾ ਨੇ ਵੀ ਯੂਨਾਈਟਿਡ ਸਟੇਟਸ ਨੂੰ ਫੋਲੋ ਕਰਦੇ ਜਿਹੜੇ ਉੱਥੇ ਡਿਪਲੋਮੈਟਸ ਆ ਉਹਨਾਂ ਦੀ ਫੈਮਲੀਜ਼ ਨੂੰ ਕਿਹਾ, ਪਰਿਵਾਰਾਂ ਨੂੰ, ਕਿ ਤੁਸੀਂ ਯੂਕਰੇਨ ਛੱਡ ਕੇ ਆ ਜਾਓ ਕਿਉਂਕਿ ਟੈਨਸ਼ਨ ਰੂਸ ਦੇ ਨਾਲ ਉਹਨਾਂ ਦੀ ਵੱਧ ਰਹੀ ਆ। ਜਿਹੜਾ ਗਲੋਬਲ ਅਫੇਅਰਸ ਕੈਨੇਡਾ ਆ ਉਹ ਇਸ ਵੇਲੇ ਸਪਾਊਸ ਤੇ ਉਹਨਾਂ ਦੇ ਜਿਹੜੇ ਨਾਲ ਬੱਚੇ ਆ ਕੈਨੇਡੀਅਨ ਡਿਪਲੋਮੈਟਸ ਦੇ ਜਿਹੜੇ ਉਹਨਾਂ ਅੰਬੈਸੀ ਦੇ ਵਿੱਚ ਕੰਮ ਕਰਦੇ ਆ, ਕੌਂਸਲੇਟਸ ਦੇ ਵਿੱਚ ਯੂਕਰੇਨ ਦੇ ਵਿੱਚ, ਉਹਨਾਂ ਨੂੰ ਕਿਹਾ ਵੀ ਤੁਸੀਂ ਘਰ ਵਾਪਸ ਆ ਜਾਓ। 18 ਸਾਲ ਤੋਂ ਉੱਪਰ ਵਾਲੇ ਸਾਰਿਆਂ ਨੂੰ ਸਲਾਹ ਦਿੱਤੀ ਗਈ ਹੈ ਵੀ ਤੁਸੀਂ ਛੱਡ ਆਓ ਤੇ ਬੱਚੇ ਜਿਹੜੇ ਆ ਉਹ ਕਿਸੇ ਨਾ ਕਿਸੇ ਅਡਲਟ ਦੇ ਨਾਲ ਆ ਜਾਣ। ਫੈਡਰਲ ਸਰਕਾਰ ਨੇ ਟਰੈਵਲ ਐਡਵਾਈਜ਼ਰੀ ਵੀ ਕੈਨੇਡਾ ਦੀ ਨੇ ਜਾਰੀ ਕੀਤੀ ਸੀ ਪਰਸੋਂ ਸੋਮਵਾਰ, ਜਿਹਦੇ ਵਿੱਚ ਕਿਹਾ ਗਿਆ ਸੀ ਕਿ ਜਿਹੜਾ ਨਾਨ ਐਸੈਂਸ਼ੀਅਲ ਟਰੈਵਲ ਆ ਇਹਨਾਂ ਦੇਸ਼ਾਂ ਦੇ ਵਿੱਚ ਕੈਨੇਡੀਅਨਸ ਜਿਹੜੇ ਆ ਉਹ ਨਾ ਇੱਧਰਲੇ ਪਾਸੇ ਜਾਣ ਕਿਉਂਕਿ ਕਿਸੇ ਵੇਲੇ ਵੀ ਖਤਰਾ ਹੋ ਸਕਦਾ। ਇਹ ਟਰੈਵਲ ਅਵੋਇਡ ਕਰਨਾ ਚਾਹੀਦਾ। ਰਸ਼ੀਆ ਤੇ ਯੂਕਰੇਨ ਦੀ ਇਹ ਟੈਨਸ਼ਨ ਕਿਤੇ ਨਾ ਕਿਤੇ ਰੂਸ ਤੇ ਬਾਕੀ ਪੱਛਮੀ ਦੇਸ਼ਾਂ ਦਾ ਸਿੱਧਾ ਟਕਰਾਅ ਵੀ ਆ। ਜਿੰਨੀ ਜਲਦੀ ਇਹ ਹੱਲ ਹੋਵੇ ਤਾਂ ਓਨਾ ਚੰਗਾ, ਨਹੀਂ ਤਾਂ ਜਿੱਦਾਂ ਜਿਸ ਤਰੀਕੇ ਦੇ ਨਾਲ ਪਰਮਾਣੂ ਹਥਿਆਰ ਇਹਨਾਂ ਸਾਰੇ ਦੇਸ਼ਾਂ ਦੇ ਕੋਲ ਹੈਗੇ ਆ, ਦੁਨੀਆ ਇੱਕ ਵਾਰੀ ਫਿਰ ਅਗਲੀ ਜੰਗ ਦੇ ਵਿੱਚ ਧੱਕੀ ਜਾ ਸਕਦੀ ਹੈ। ਥੋੜ੍ਹੇ ਦਿਨ ਪਹਿਲਾਂ ਤੁਹਾਡੇ ਨਾਲ ਅਸੀਂ ਖਬਰ ਸਾਂਝੀ ਕੀਤੀ ਸੀ ਕਿ ਐਤਵਾਰ ਨੂੰ ਇੱਕ ਟਰੱਕਾਂ ਦਾ ਕਾਫਲਾ ਆਟਵਾ ਵੱਲੋਂ ਚੱਲ ਪਿਆ। ਮਾਮਲਾ ਵੈਕਸੀਨ ਮੈਂਡੇਟ ਦਾ ਆ ਕਿ ਵੈਕਸੀਨ ਜ਼ਰੂਰੀ ਕਰ ਦਿੱਤੀ ਗਈ ਆ ਕਿ ਜਿਹੜਾ ਬੰਦਾ ਵੀ ਬਾਰਡਰ ਕ੍ਰਾਸ ਕਰਕੇ ਕੈਨੇਡਾ ਵਾਲੇ ਪਾਸੇ ਆਉਂਦਾ ਜਾਂ ਅਮਰੀਕਾ ਵਾਲੇ ਪਾਸੇ ਜਾਂਦਾ, ਉਹਨੂੰ ਜਾਂ ਤਾਂ ਕੁਆਰੰਟੀਨ ਕਰਨਾ ਪਊਗਾ, ਨਹੀਂ ਤਾਂ ਉਹਨੂੰ ਵੈਕਸੀਨ ਦੀਆਂ ਦੋਵੇਂ ਡੋਜ਼ ਲੱਗੀਆਂ ਹੋਣੀਆਂ ਚਾਹੀਦੀਆਂ। ਕੈਨੇਡਾ ਦੇ 1,20,000 ਦੇ ਕਰੀਬ ਟਰੱਕਰ ਆ ਤੇ ਉਹਨਾਂ ਦੇ ਵਿੱਚੋਂ 10% ਨੇ ਦੱਸਦੇ ਆ ਵੈਕਸੀਨ ਨਹੀਂ ਲਵਾਈ ਤੇ ਉਹ ਚਾਹੁੰਦੇ ਆ ਕਿ ਅਸੀਂ ਵੈਕਸੀਨ ਲਵਾਉਣੀ ਵੀ ਨਹੀਂ। ਤੇ ਹੁਣ ਟਰੱਕਾਂ ਦਾ ਕਾਫਲਾ ਇੱਕ ਸਿੱਧਾ ਹੀ ਉਹਨਾਂ ਨੇ ਆਟਵਾ ਵੱਲੋਂ ਸਿੱਧਾ ਕਰ ਦਿੱਤਾ ਤੇ ਇਸ ਵੇਲੇ ਉਹ ਨੇੜੇ ਤੇੜੇ ਨੇ ਤੇ ਸਰਕਾਰ
ਇਹਦੇ ਉੱਤੇ RCMP ਖਾਸ ਕਰਕੇ ਜਿਹੜੇ ਆ ਇਹ ontario ਦੇ ਨੇੜੇ ਤੇੜੇ ਇਸ ਵੇਲੇ ਇਹਨਾਂ ਦੇ ਉੱਤੇ ਇਹਨਾਂ ਨੂੰ ਮੋਨੀਟਰ ਕਰ ਰਹੇ ਆ। ਜਿਹੜੇ ਸੈਂਕੜੇ ਟਰੱਕ ਕਹਿੰਦੇ ਇਸ ਵੇਲੇ ਜਾਏ ਆ ontario ਦੇ ਵਿੱਚ ਪਹੁੰਚੇ ਆ ਤੇ ਹੈਲਥ ਮੈਂਡੇਟਸ ਦੇ ਮਾਮਲੇ ਦੇ ਉੱਤੇ ਸਰਕਾਰ ਇਹਦੇ ਉੱਤੇ ਬਹੁਤ ਤਿੱਖੀ ਨਜ਼ਰ ਰੱਖ ਰਹੀ ਹੈ ਵੀ ਕਿਤੇ ਨਾ ਕਿਤੇ ਇਹਦੇ ਵਿੱਚ ਕੋਈ ਗੜਬੜ ਨਾ ਹੋ ਜਾਵੇ, ਇਹ ਵਾਇਲੈਂਟ ਕਿਸੇ ਤਰੀਕੇ ਦੇ ਨਾ ਹੋ ਜਾਵੇ। ਤੇ ਦੂਜਾ ਜਿਹੜੀ ਸ਼ਨੀਵਾਰ ਨੂੰ ਇਹਨਾਂ ਨੇ ਆਟਵਾ ਦੇ ਵਿੱਚ ਪਹੁੰਚ ਕੇ ਰੈਲੀ ਕਰਨੀ ਆ ਉਹਦੇ ਵਿੱਚ ਕੋਈ ਨਾ ਕੋਈ ਗੜਬੜ ਨਾ ਹੋ ਜਾਵੇ। BC ਤੋਂ ਇਹ ਐਤਵਾਰ ਨੂੰ ਤੁਰੇ ਸੀਗੇ, ਕ੍ਰਾਸ ਬਾਰਡਰ ਡਰਾਈਵਰ ਸੀਗੇ। ਇੰਟੈਲੀਜੈਂਸ ਦੇ ਖਤਰੇ ਵੀ ਕੁਛ ਨਾ ਕੁਛ ਸਾਹਮਣੇ ਆ ਰਹੇ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਕਿਤੇ ਇਹ ਵਾਇਲੈਂਟ ਨਾ ਹੋ ਜਾਵੇ। ਇਹਨੂੰ ਖਾਸ ਤਰੀਕੇ ਦੇ ਨਾਲ ਮੋਨੀਟਰ ਕੀਤਾ ਜਾ ਰਿਹਾ। ਬਹੁਤ ਸਾਰੇ ਮਾਮਲੇ ਇਹਦੇ ਵਿੱਚ ਸਾਹਮਣੇ ਆਏ ਆ। RCMP ਦੀ ਨੈਸ਼ਨਲ ਡਿਵੀਜ਼ਨ ਜਿਹੜੀ ਰਿਸਪੌਂਸੀਬਲ ਆ ਸਾਰੇ ਡਿਗਨਿਟੀਜ਼ ਦੀ ਸੁਰੱਖਿਆ ਦੇ ਲਈ, ਜਿਹੜੇ ਪਾਰਲੀਮੈਂਟ ਹਿੱਲ ਦੇ ਵਿੱਚ ਆਟਵਾ ਦੇ ਵਿੱਚ ਉੱਥੇ ਹੁੰਦੇ ਆ, ਉਹ ਲਗਾਤਾਰ ਕਹਿੰਦੇ ਸਿਕਿਉਰਿਟੀ ਮੈਜਰਸ ਨੂੰ ਰਿਵਿਊ ਕਰ ਰਹੀ ਆ ਕਿ ਇਹਨਾਂ ਦਾ ਇਰਾਦਾ ਕੀ ਆ, ਇਹ ਕਰਨਗੇ ਕੀ। ਪੂਰੇ ਦਾ ਪੂਰਾ ਇਹ ਜਿਹੜਾ ਕੌਨਵੇ ਆ ਇਹ ਜਾ ਰਿਹਾ ਆ ਤੇ ਲਗਾਤਾਰ ਇਹਨਾਂ ਨੂੰ ਸਪੋਰਟ ਵੀ ਮਿਲ ਰਹੀ ਆ। ਫੇਸਬੁੱਕ ਪੋਸਟ, ਸੋਸ਼ਲ ਮੀਡੀਆ ਦੇ ਉੱਤੇ ਬਹੁਤ ਕੁਝ ਇਸ ਮਾਮਲੇ ਦੇ ਵਿੱਚ ਸਾਹਮਣੇ ਆ ਰਹੇ ਆ ਤੇ ਦੱਸਦੇ ਆ ਕਿ ਇਹ ਸਾਰੇ ਦਾ ਸਾਰਾ ਗਰੁੱਪ ਜਿਹੜਾ ਆ ਇਹਨਾਂ ਦੀ ਆਸ ਕੀਤੀ ਜਾਂਦੀ ਆ ਕਿ ਇਹਨਾਂ ਨੇ ਕੱਲ੍ਹ ਨੂੰ ਜਾਣੀ ਕਿ ਵੀਰਵਾਰ ਨੂੰ GTA ਦੇ ਵਿੱਚ ਦੀ ਲੰਘਣਾ ਆ ਤੇ ਫਿਰ ਆਟਵਾ ਵੱਲੋਂ ਇਹਨਾਂ ਨੇ ਜਾਣਾ ਪਾਰਲੀਮੈਂਟ ਹਿੱਲ ਦੇ ਉੱਤੇ ਸ਼ਨੀਵਾਰ ਨੂੰ ਡੈਮੋਸਟ੍ਰੇਸ਼ਨ ਕਰਨੀ ਆ। ontario ਪ੍ਰੋਵਿੰਸ਼ੀਅਲ ਪੁਲਿਸ ਵੀ ਇਸ ਗੱਲ ਦੇ ਉੱਤੋਂ ਖਾਸ ਤੌਰ ਦੇ ਉੱਤੇ ਅਵੇਅਰ ਆ ਕਿਉਂਕਿ ਇਹਦੇ ਨਾਲ ਜਿੰਨੇ ਟਰੱਕ ਨੇ ਦੱਸਿਆ ਜਾ ਰਿਹਾ ਕਿ ਟ੍ਰੈਫਿਕ ਡਿਸਟਰਪਸ਼ਨ ਵੀ ਹੋ ਸਕਦੀ ਆ। GTA ਹਾਈਵੇਜ਼ ਜਿਹੜੇ ਆ ਉਹ ਵੀਰਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਡਰਾਈਵਰਸ ਨੂੰ ਕਹਿ ਰਹੇ ਆ ਕਿ ਤੁਸੀਂ ਸਿਚੁਏਸ਼ਨ ਕਰੋ ਮੋਨੀਟਰ ਨੂੰ ਤੇ ਥੋੜਾ ਸਬਰ ਦੇ ਨਾਲ ਚੱਲੋ ਕਿਉਂਕਿ ਕਿਤੇ ਵੀ ਟ੍ਰੈਫਿਕ ਜਾਮ ਹੋ ਸਕਦਾ ਆ। ਟਰੱਕਰਸ ਜਿਹੜੇ ਆ, ਜਿਹੜੇ ਉਹਨਾਂ ਦੇ ਸਪੋਰਟਰਸ ਨੇ, ਜਦੋਂ ਇੱਥੋਂ ਬ੍ਰਿਟਿਸ਼ ਕੋਲੰਬੀਆ ਤੋਂ ਲੈ ਕੇ ਅਲਬਰਟਾ ਦੇ ਵਿੱਚੋਂ ਹੋ ਕੇ ਸਸਕਾਚਪਨ ਦੇ ਵਿੱਚੋਂ ਉਹ ontario ਵੱਲੋਂ ਵੱਧ ਰਹੇ ਆ ਤੇ ਇਹ ਸਾਰੇ ਥਾਵਾਂ ਦੇ ਉੱਤੇ ਉਹਨਾਂ ਦੇ ਜਿਹੜੇ ਸਪੋਰਟਰਸ ਇਹਨਾਂ ਨੂੰ ਗ੍ਰੀਟ ਕਰ ਰਹੇ ਆ। ਰਸਤੇ ਦੇ ਵਿੱਚ ਤਰ੍ਹਾਂ ਤਰ੍ਹਾਂ ਦੀ ਉਹਨਾਂ ਨੂੰ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ। ਇੱਕ ਅੰਦਾਜ਼ੇ ਮੁਤਾਬਕ ਦੱਸਦੇ ਆ ਕਿ 1200 ਟਰੱਕ ਆ ਜਿਹੜਾ ਜਾ ਰਿਹਾ ਹੈ ਤੇ ਰਜਾਈਨਾ ਪੁਲਿਸ ਨੇ ਰਿਪੋਰਟ ਦਿੱਤੀ ਸੀ ਕਿ ਅੰਦਾਜ਼ੇ ਮੁਤਾਬਕ 1200 ਟਰੱਕ ਉਹਨਾਂ ਦੇ ਸ਼ਹਿਰ ਦੇ ਵਿੱਚ ਦੀ ਲੰਘ ਕੇ ਅੱਗੇ ਗਏ। ਦੂਜਾ ਜਿਹੜਾ ਮਾਮਲਾ ਇਹਦੇ ਨਾਲ ਚਰਚਾ ਦੇ ਵਿੱਚ ਸੀਗਾ ਕਿ GoFundMe ਦੇ ਉੱਤੇ ਪੇਜ ਬਣਾਇਆ ਗਿਆ ਸੀ ਕਿ ਇਹਨਾਂ ਦੀ ਮਦਦ ਦੇ ਲਈ, ਕਿਉਂਕਿ ਟਰੱਕ ਇੰਨੇ ਜਾਣੇ, ਇਹਨਾਂ ਨੇ ਤੇਲ ਪਾਣੀ ਵੀ ਲਾਉਣਾ, ਰੋਟੀ ਵੀ ਖਾਣੀ ਆ, ਰਹਿਣਾ ਵੀ ਆ, ਇਹ ਸਾਰੇ ਕੁਝ ਦੇ ਲਈ ਇਹਨਾਂ ਦੀ ਮਦਦ ਕੀਤੀ ਜਾਵੇ। ਤੇ ਉਹ ਪੈਸਾ ਕਹਿੰਦੇ 4.5 ਮਿਲੀਅਨ ਇਕੱਠਾ ਹੋ ਗਿਆ ਸੀ ਤੇ ਉਸ 4.5 ਮਿਲੀਅਨ ਦੇ ਉੱਤੇ GoFundMe ਨੇ ਫਿਰ ਉਹਨੂੰ ਫਰੀਜ਼ ਕਰ ਦਿੱਤਾ ਕਿਉਂਕਿ ਜਿਹੜੀ ਵੈਬਸਾਈਟ ਦੇ ਥਰੂ ਇਹ ਪੈਸਾ ਇਕੱਠਾ ਹੋਇਆ ਉਹ ਕਹਿੰਦੇ ਸਾਨੂੰ ਪਤਾ ਹੋਣਾ ਚਾਹੀਦਾ, ਟਰਾਂਸਪੇਰੈਂਟ ਹੋਣਾ ਚਾਹੀਦਾ ਕਿ ਫੰਡ ਕਿੱਥੇ ਗਏ ਆ, ਜਿਸ ਤਰ੍ਹਾਂ ਇਹਨਾਂ ਦਾ ਪਲਾਨ ਸੀਗਾ ਉਸੇ ਤਰ੍ਹਾਂ ਸਪੈਂਡ ਕੀਤੇ ਗਏ ਆ, ਸਾਨੂੰ ਇਹ ਵੈਰੀਫਾਈ ਕਰਨਾ ਪਊਗਾ ਤਾਂ ਅਸੀਂ ਇਹ ਫੰਡ ਰਿਲੀਜ਼ ਕਰਾਂਗੇ। ਉਹ ਕਹਿੰਦੇ ਜਿੰਨਾ ਚਿਰ ਆਰਗੇਨਾਈਜ਼ਰ ਸਾਨੂੰ ਡਾਕੂਮੈਂਟਸ ਨਹੀਂ ਪ੍ਰੋਵਾਈਡ ਕਰਦੇ ਜਿਹਦੇ ਵਿੱਚ ਇਹ ਪਤਾ ਲੱਗੇ ਕਿ ਫੰਡ ਕਿੱਥੇ ਗਏ ਆ ਤਾਂ ਅਸੀਂ ਇਹ ਫੰਡ ਜਿਹੜਾ ਦੇ ਸਕਦੇ ਹਾਂ। ਦੱਸਦੇ ਆ ਕਿ 58,300 ਡੋਨਰਸ ਮਤਲਬ 60,000 ਦੇ ਕਰੀਬ ਬੰਦੇ ਸੀਗੇ ਜਿਨ੍ਹਾਂ ਨੇ ਇਹ ਇੰਨਾ ਪੈਸਾ ਇਕੱਠਾ ਕੀਤਾ ਤੇ ਜਿਹੜਾ ਕਿ ਜਿਹਦੀ ਕਿ ਅਮਾਊਂਟ 4.5 ਮਿਲੀਅਨ ਦੱਸੀ ਜਾ ਰਹੀ ਹੈ ਤੇ ਹੁਣ ਇਹਨੂੰ ਖਰਚਣ ਦੇ ਲਈ ਵੀ GoFundMe ਜਿਹੜਾ ਆ ਉਹ ਮੰਗ ਕਰ ਰਿਹਾ ਇਸ ਗੱਲ ਦੀ ਡਾਕੂਮੈਂਟਸ ਦੀ, ਕਿੱਥੇ ਖਰਚਿਆ ਜਾਣਾ ਇਹਦੇ ਬਾਰੇ ਵੀ ਜਾਣਕਾਰੀ ਮਿਲਣੀ ਚਾਹੀਦੀ ਹੈ। ਸੋ ਸ਼ਨੀਵਾਰ ਤੱਕ ਇਹ ਆਟਵਾ ਦੇ ਵਿੱਚ ਟਰੱਕਰਸ ਪਹੁੰਚ ਜਾਣਗੇ। ਬਹੁਤ ਸਾਰੇ ਲੋਕ ਇਸ ਗੱਲ ਦੇ ਹੱਕ 'ਚ ਆ ਕਿ ਵੈਕਸੀਨ ਲਵਾਉਣੀ ਚਾਹੀਦੀ ਹੈ, ਵੈਕਸੀਨ ਮੈਂਡੇਟ ਠੀਕ ਆ। 90% ਟਰੱਕਰਸ ਜਿਹੜੇ ਆ ਉਹ ਵੈਕਸੀਨ ਲਵਾ ਚੁੱਕੇ ਆ, 10% ਜਿਹਨਾਂ ਨੇ ਨਹੀਂ ਲਵਾਈ ਉਹ ਇਸ ਕਾਫਲੇ ਦੇ ਵਿੱਚ ਸ਼ਾਮਲ ਆ। ਇੱਥੇ ਇਹ ਵੀ ਗੱਲ ਸਮਝਣ ਵਾਲੀ ਆ ਕਿ ਜਿਹੜੇ ਬਹੁਤ ਸਾਰੀ ਜਿਹੜੀ ਸਪਲਾਈ ਚੇਨ ਆ ਉਹਦੇ ਉੱਤੇ ਇਹਦਾ ਬਹੁਤ ਵੱਡਾ ਅਸਰ ਪੈ ਰਿਹਾ। ਟਰੱਕਿੰਗ ਦੀ ਇੰਡਸਟਰੀ ਦੇ ਵਿੱਚ ਕਾਮਿਆਂ ਦੀ ਅੱਗੇ ਸ਼ਾਰਟੇਜ ਆ, ਡਰਾਈਵਰ ਪਹਿਲਾਂ ਹੀ ਨਹੀਂ ਮਿਲ ਰਿਹਾ ਤੇ ਜੇ ਜਿੰਨੇ ਹੈਗੇ ਆ ਇਹਨਾਂ ਦਾ ਵੀ 10% ਇਸ ਕਾਰਨ ਕਰਕੇ ਰਹਿ ਗਿਆ ਤਾਂ ਫਿਰ ਸਮੱਸਿਆ ਵੱਡੀ ਹੋ ਸਕਦੀ ਆ। ਅੱਜ ਇੱਕ ਹੋਰ ਖਬਰ ਦੇ ਉੱਤੇ ਵੀ ਚਰਚਾ ਹੁੰਦੀ ਰਹੀ ਹੈ ਕਿ ਬੈਂਕ ਆਫ ਕੈਨੇਡਾ ਨੇ ਡਿਸਾਈਡ ਕੀਤਾ ਕਿ ਜਿਹੜਾ ਉਹਦਾ ਕੀ ਇੰਟਰਸਟ ਰੇਟ ਆ ਉਹ ਉਸੇ ਤਰ੍ਹਾਂ ਰਹੂਗਾ ਜਿੰਨਾ ਪਹਿਲਾਂ ਹੈਗਾ, ਭਾਵ ਕਿ ਨਾ ਉਹਨਾਂ ਨੇ ਵਧਾਇਆ ਤੇ ਨਾ ਉਹਨਾਂ ਨੇ ਘਟਾਇਆ। ਕੀ ਇੰਟਰਸਟ ਰੇਟ ਦੱਸਿਆ ਜਾ ਰਿਹਾ ਕਿ 0.25% ਰਹੂਗਾ ਔਰ ਮੈਜੋਰਿਟੀ ਆਫ ਸਾਰੀ ਪੈਂਡੈਮਿਕ ਦੇ ਵਿੱਚ ਇਸੇ ਤਰ੍ਹਾਂ ਰਿਹਾ ਆ ਜਿਹਦਾ ਹੈਲਥ ਕ੍ਰਾਈਸਿਸ ਦੇ ਨਾਲ, ਇਕੋਨਮੀ ਦੇ ਨਾਲ ਸਿੱਧਾ ਸੰਬੰਧ ਸੀ। ਇੰਟਰਸਟ ਰੇਟ ਥੱਲੇ ਆ ਗਿਆ ਸੀ। ਥੋੜ੍ਹੇ ਦਿਨ ਪਹਿਲਾਂ ਆਪਾਂ ਗੱਲ ਵੀ ਕੀਤੀ ਸੀ, ਬਹੁਤ ਸਾਰੇ ਐਕਸਪਰਟ ਇਸ ਗੱਲ ਦੇ ਲਈ ਆਸ ਵੀ ਕਰਦੇ ਸੀ ਤੇ ਉਹਨਾਂ ਨੂੰ ਪੂਰੀ ਉਮੀਦ ਸੀ ਕਿ ਇਸ ਵਾਰੀ ਜਿਹੜਾ ਇੰਟਰਸਟ ਰੇਟ ਅੱਜ ਵਧਾਇਆ ਜਾਣਾ ਸੀ, ਅੱਜ ਜਿਹੜਾ ਇੰਟਰਸਟ ਰੇਟ ਦੇ ਬਾਰੇ ਬੈਂਕ ਆਫ ਕੈਨੇਡਾ ਨੇ ਅਪਡੇਟ ਦੇਣੀ ਸੀ ਵੀ ਇਹ ਵੱਧ ਜਾਣਾ, ਇਹਨੇ ਉੱਪਰ ਚਲਿਆ ਜਾਣਾ, ਪਰ ਉਹ ਗਿਆ ਨਹੀਂ। ਅਜੇ ਇਹਨੂੰ ਰੋਕ ਲਿਆ ਗਿਆ 0.25 ਦੇ ਉੱਤੇ। ਪੂਰੀ ਦੁਨੀਆ ਦੇ ਵਿੱਚ ਜਦੋਂ ਪੈਂਡੈਮਿਕ ਆਈ ਸੀ, ਜਦੋਂ ਜਿਹੜਾ ਇਹ ਹੈਲਥ ਕ੍ਰਾਈਸਿਸ ਸ਼ੁਰੂ ਹੋਇਆ ਸੀ 2 ਸਾਲ ਪਹਿਲਾਂ, ਤਾਂ ਸਰਕਾਰਾਂ ਨੇ ਸਾਰਿਆਂ ਨੇ ਆਪਣੇ ਇੰਟਰਸਟ ਰੇਟ ਵਿਆਜ ਦਰਾਂ ਘਟਾ ਲਈਆਂ ਸੀ, ਥੱਲੇ ਲੈ ਆਂਦੀਆਂ ਸੀ। ਉਹਦਾ ਕਾਰਨ ਇਹ ਸੀ ਕੰਮਕਾਰ ਰੁਕ ਗਿਆ ਸੀ, ਸਾਰਾ ਕੁਝ ਬੰਦ ਹੋ ਗਿਆ ਸੀ। ਸਰਕਾਰ ਚਾਹੁੰਦੀ ਸੀ ਕਿ ਲੋਕ ਵਿਆਜ 'ਤੇ ਪੈਸਾ ਜ਼ਿਆਦਾ ਲੈਣ। ਜੇ ਇੰਟਰਸਟ ਰੇਟ ਘੱਟ ਹੋਊਗਾ, ਵਿਆਜ ਘੱਟ ਹੋਊਗਾ ਤਾਂ ਲੋਕ ਜ਼ਿਆਦਾ ਲੈਣਗੇ।
ਲੋਕ ਪੈਸਾ ਲੈਣ, ਲੈ ਕੇ ਖਰਚਣ ਤੇ ਫਿਰ ਇਕੋਨਮੀ ਹੌਲੀ ਹੌਲੀ ਚੱਲਦੀ ਰਹੇ। ਇਸੇ ਤਰ੍ਹਾਂ ਹੀ ਹੋਇਆ, ਲੋਕਾਂ ਨੇ ਪੈਸਾ ਲਿਆ ਵਿਆਜ ਦੇ ਉੱਤੇ, ਬਹੁਤ ਸਾਰਾ ਇਕੋਨਮੀ ਚੱਲਦੀ ਰਹੀ। ਹੁਣ ਪਰਿਸਥਿਤੀ ਇਹ ਆ ਗਈ ਆ ਕਿ ਇਕੱਲੇ ਕੈਨੇਡਾ ਦੇ ਵਿੱਚ ਨਹੀਂ, ਪੂਰੀ ਦੁਨੀਆ ਦੇ ਇਹਨਾਂ ਖਾਸ ਕਰ ਵਿਕਸਿਤ ਦੇਸ਼ਾਂ ਦੇ ਵਿੱਚ ਇਨਫਲੇਸ਼ਨ ਵੱਧ ਰਹੀ ਹੈ, ਮਹਿੰਗਾਈ ਲਗਾਤਾਰ ਉੱਪਰ ਜਾ ਰਹੀ ਹੈ। ਤੇ ਹੁਣ ਉਸ ਮਹਿੰਗਾਈ ਨੂੰ ਸਰਕਾਰ ਕੰਟਰੋਲ ਕਰਨਾ ਚਾਹੁੰਦੀ ਹੈ। ਉਸ ਮਹਿੰਗਾਈ ਨੂੰ ਕੰਟਰੋਲ ਕਰਨ ਦਾ ਸਰਕਾਰ ਦੇ ਕੋਲ ਇੱਕ ਤਰੀਕਾ ਇਹ ਆ ਕਿ ਇੰਟਰਸਟ ਰੇਟ ਵਧਾ ਦਿੰਦੀ ਆ, ਵਿਆਜ ਦਰਾਂ ਨੂੰ ਵਧਾ ਦਿੰਦੀ ਆ। ਜਦੋਂ ਵਿਆਜ ਦਰਾਂ ਵੱਧ ਜਾਂਦੀਆਂ, ਲੋਕ ਲੋਨ ਘੱਟ ਲੈਂਦੇ ਆ, ਕਰਜ਼ਾ ਘੱਟ ਲੈਂਦੇ ਆ, ਖਰਚਦੇ ਘੱਟ ਆ, ਚੀਜ਼ਾਂ ਦੀ ਜਿਹੜੀ ਮਾਰਕੀਟ ਦੇ ਵਿੱਚ ਚੀਜ਼ਾਂ ਵੱਧ ਜਾਂਦੀਆਂ। ਤੇ ਕੁਦਰਤੀ ਤੌਰ ਤੇ ਜਦੋਂ ਚੀਜ਼ਾਂ ਵੱਧ ਜਾਂਦੀਆਂ, ਲੈਣ ਵਾਲੇ ਉਹਨੇ ਨਹੀਂ ਹੁੰਦੇ, ਤਾਂ ਉਹਦੇ ਵਿੱਚ, ਉਹਦੇ ਰੇਟ ਦੇ ਵਿੱਚ, ਉਹਦੀ ਕੀਮਤ ਦੇ ਵਿੱਚ ਕਮੀ ਆ ਜਾਂਦੀ ਹੈ। ਸਰਕਾਰ ਇਹ ਕਰਨ ਦਾ ਯਤਨ ਕਰ ਰਹੀ ਹੈ। ਬਹੁਤ ਸਾਰੇ ਐਕਸਪਰਟ, ਔਰ ਇਹ ਵੱਖ-ਵੱਖ ਦੇਸ਼ਾਂ ਦੇ ਵਿੱਚ, ਅਮਰੀਕਾ ਦੇ ਵਿੱਚ ਵੀ ਕਿਹਾ ਗਿਆ ਕਿ ਅਮਰੀਕਾ ਦੇ ਵਿੱਚ ਵੀ ਜਿਹੜੇ ਇੰਟਰਸਟ ਰੇਟ ਆ ਇਸ ਸਾਲ ਦੇ ਵਿੱਚ 4 ਵਾਰੀ ਵਧਣੇ ਆ। ਇਸੇ ਤਰ੍ਹਾਂ ਕੈਨੇਡਾ ਦੇ ਵਿੱਚ ਕਿਹਾ ਗਿਆ ਸੀ। ਹੁਣ ਮਾਰਚ ਦੇ ਵਿੱਚ ਅਗਲੀ ਅਪਡੇਟ ਦੇਣੀ ਆ 2 ਮਾਰਚ ਨੂੰ, ਉਸ ਦਿਨ ਆਸ ਕੀਤੀ ਜਾ ਰਹੀ ਹੈ ਕਿ ਇੰਟਰਸਟ ਰੇਟ ਵੱਧ ਜਾਣਗੇ। ਜਿਹੜੀ ਬੁੱਧਵਾਰ ਅੱਜ ਅਨਾਊਂਸਮੈਂਟ ਹੋਈ ਆ ਬੈਂਕ ਆਫ ਕੈਨੇਡਾ ਦੀ, ਇਹਦੇ ਵਿੱਚ ਇਸ ਅਨਾਊਂਸਮੈਂਟ ਦੇ ਨਾਲ ਜਿਹੜਾ ਜੇ ਇਹ ਰੇਟ ਵੱਧਦੇ ਆ ਤਾਂ ਇਹਦਾ ਬਹੁਤ ਸਾਰੇ ਲੋਕਾਂ ਨੂੰ ਸਿੱਧਾ ਅਸਰ ਪਊਗਾ, ਬਹੁਤ ਸਾਰਿਆਂ ਨੂੰ ਇੱਕਦਮ ਅਸਰ ਨਹੀਂ ਪਊਗਾ। ਜੇ ਇੰਟਰਸਟ ਰੇਟ ਵੱਧ ਜਾਂਦਾ, ਹੁਣ ਜੇ ਮਾਰਚ ਦੇ ਵਿੱਚ ਹੀ ਇੰਟਰਸਟ ਰੇਟ ਵੱਧ ਜਾਂਦਾ, ਜਿਹੜਾ ਕਿ ਅੱਜ ਨਹੀਂ ਵਧਿਆ, ਤਾਂ ਜਿਹਨਾਂ ਲੋਕਾਂ ਦੀ ਫਿਕਸ ਮੌਰਗੇਜ ਆ ਉਹਨਾਂ ਨੂੰ ਸਿੱਧਾ ਇਮੀਡੀਏਟ ਇੰਪੈਕਟ ਇਹਦਾ ਨਹੀਂ ਪਊਗਾ। ਪਰ ਜਿਹਨਾਂ ਕੋਲ ਵੇਰੀਏਬਲ ਮੌਰਗੇਜ ਆ, ਉਹ ਆਪਣੀ ਪੇਮੈਂਟ ਉਹਨਾਂ ਦੀ ਕੁਛ ਸੈਂਕੜੇ ਜਾਂ ਹਜ਼ਾਰਾਂ ਡਾਲਰ ਦੇ ਵਿੱਚ ਵੱਧ ਸਕਦੀ ਹੈ, ਜੇਕਰ ਪੂਰੇ ਸਾਲ ਦੇ ਵਿੱਚ ਅੰਦਾਜ਼ਾ ਲਾ ਕੇ ਦੇਖਿਆ ਜਾਵੇ। ਇਕਨੋਮਿਸਟ ਨੇ ਜਿਹੜੇ ਉਹ ਇਹਦੇ ਬਾਰੇ ਦੱਸ ਰਹੇ ਆ ਕਿ ਇਹਦਾ ਸਿੱਧਾ ਅਸਰ ਜਿਹੜਾ ਉਹਨਾਂ ਲੋਕਾਂ ਦੇ ਉੱਤੇ ਵੀ ਪਊਗਾ ਜਿਨ੍ਹਾਂ ਦੇ ਉੱਤੇ ਡੈਟ ਬਹੁਤ ਜ਼ਿਆਦਾ ਆ, ਕਿ ਜਿਹੜੇ ਲੋਕ ਜਿਨ੍ਹਾਂ ਦੇ ਉੱਤੇ ਜਿਹੜੀ ਡੈਟ ਦੀ ਤੇ ਇਨਕਮ ਦੀ ਰੇਸ਼ੋ ਦੇ ਵਿੱਚ, ਉਹ ਜਿਹੜੀ ਹਾਈ ਰੇਸ਼ੋ ਆ, ਭਾਵ ਖਰਚਾ ਉਹਨਾਂ ਦਾ ਜ਼ਿਆਦਾ ਆ ਤੇ ਕਰਜ਼ਾ ਵੀ ਉਹਨਾਂ ਦੇ ਸਿਰ ਤੇ ਜ਼ਿਆਦਾ ਆ, ਉਹਦਾ ਜਦੋਂ ਹਿਸਾਬ ਕਿਤਾਬ ਲਾ ਕੇ ਦੇਖਦੇ ਆ ਤਾਂ ਫਿਰ ਕਹਿੰਦੇ ਉਹਨਾਂ ਦੇ ਉੱਤੇ ਇਹਦਾ ਸਿੱਧਾ ਅਸਰ ਪੈ ਸਕਦਾ ਆ। ਪਰ ਇਹਦੇ ਬਹੁਤ ਸਾਰੇ ਫੈਕਟਰ ਡਿਪੈਂਡ ਕਰਦਾ ਕਿ ਤੁਸੀਂ ਮੌਰਗੇਜ ਕਿੰਨੇ ਰੇਟ ਤੇ ਲਈ ਆ, ਕੀ ਤੁਹਾਡੀਆਂ ਉਹਦੀਆਂ ਟਰਮਸ ਨੇ। ਪਰ ਦੱਸਿਆ ਜਾ ਰਿਹਾ ਕਿ ਜਿੰਨੇ ਲੋ ਇੰਟਰਸਟ ਰੇਟ ਹੈਗੇ ਆ ਇਸ ਵੇਲੇ, ਜਿਹੜੇ ਅਰਥ ਸ਼ਾਸਤਰੀ ਉਹ ਦੱਸ ਰਹੇ ਆ ਕਿ ਜਿੰਨੀ ਜਲਦੀ ਹੋ ਸਕਦਾ, ਜਿਨ੍ਹਾਂ ਕੋਲ ਵੇਰੀਏਬਲ ਹੈਗੀ ਆ, ਇਹਨੂੰ ਲੋ ਇੰਟਰਸਟ ਰੇਟ ਦੇ ਉੱਤੇ ਲੰਬੀ ਟਰਮ ਦੇ ਲਈ ਲੌਕ ਕਰ ਲੈਣਾ ਚਾਹੀਦਾ, ਮੌਰਗੇਜ ਨੂੰ ਫਿਕਸ ਕਰ ਲੈਣਾ ਚਾਹੀਦਾ, ਤਾਂ ਇਹਦੇ ਵਿੱਚ ਜ਼ਿਆਦਾ ਫਾਇਦਾ ਆ। ਕਿਉਂਕਿ ਹਿਸਟੋਰਿਕ ਲੋ ਇਹ ਰੇਟ ਸੀਗੇ, ਇਹਦੇ ਤੋਂ ਥੱਲੇ ਕਦੇ ਨਹੀਂ ਜਾਣੇ। ਹੁਣ ਜਿੰਨੇ ਵੀ ਹੋਣੇ ਇੰਟਰਸਟ ਰੇਟ ਇਹਦੇ ਤੋਂ ਬਾਅਦ ਉੱਤੇ ਹੀ ਜਾਣੇ ਆ। ਤੇ ਇਹਦਾ ਜਿਹੜਾ ਵੱਡੀ ਇੱਕ ਚੀਜ਼ ਹੈਗੀ ਆ ਕਿ ਜਿਹੜੀਆਂ ਘਰਾਂ ਦੀ ਮਾਰਕੀਟ ਦੇ ਨਾਲ ਵੀ ਇਹਦਾ ਸਿੱਧਾ ਸੰਬੰਧ ਮੰਨਿਆ ਜਾ ਰਿਹਾ। ਇੰਟਰਸਟ ਰੇਟ ਨੂੰ ਘਰਾਂ ਦੀ ਮਾਰਕੀਟ ਦੇ ਵਿੱਚ ਇੱਕ ਫੈਕਟਰ ਮੰਨਿਆ ਜਾ ਰਿਹਾ। ਜਿਹੜੀਆਂ ਘਰਾਂ ਦੀਆਂ ਕੀਮਤਾਂ ਇਸ ਵੇਲੇ ਬਹੁਤ ਜ਼ਿਆਦਾ ਵਧੀਆਂ ਆ, ਉਹਦਾ ਇੱਕ ਕਾਰਨ ਇਹ ਮੰਨਿਆ ਜਾ ਰਿਹਾ ਕਿ ਇਸ ਵੇਲੇ ਇੰਟਰਸਟ ਰੇਟ ਬਹੁਤ ਘੱਟ ਆ। ਇੰਟਰਸਟ ਰੇਟ ਘੱਟ ਹੋਣ ਕਰਕੇ ਲੋਕਾਂ ਨੇ ਜ਼ਿਆਦਾ ਮੌਰਗੇਜਸ ਲੈ ਲਈਆਂ ਤੇ ਘਰ ਜਿਹੜੇ ਆ ਉਹਦੀ ਡਿਮਾਂਡ ਜਿਹੜੀ ਆ ਵੱਧ ਗਈ, ਮਾਰਕੀਟ ਦੇ ਵਿੱਚ ਸਪਲਾਈ ਘੱਟ ਸੀ, ਕੀਮਤਾਂ ਵੱਧ ਗਈਆਂ। ਤੇ ਹੁਣ ਇਹ ਮੰਨਿਆ ਜਾ ਰਿਹਾ ਕਿ ਜੇ ਇੰਟਰਸਟ ਰੇਟ ਜ਼ਿਆਦਾ ਹੋਊਗਾ, ਉਹਦੇ ਨਾਲ ਲੋਕਾਂ ਦੀ ਮੌਰਗੇਜ ਘੱਟ ਅਪਰੂਵ ਹੋਊਗੀ, ਘੱਟ ਲੋਕ ਮਾਰਕੀਟ ਦੇ ਵਿੱਚ ਹੋਣਗੇ ਤੇ ਉਨੇ ਹੀ ਲੋਕ ਘੱਟ ਘਰ ਲੈਣਗੇ ਜਾਂ ਕਰਜ਼ਾ ਘੱਟ ਲੈਣਗੇ, ਤਾਂ ਕੁਦਰਤੀ ਤੌਰ ਤੇ ਉਹਦੇ ਨਾਲ ਘਰਾਂ ਦੀਆਂ ਕੀਮਤਾਂ ਥੱਲੇ ਆ ਸਕਦੀਆਂ। ਹਾਲਾਂਕਿ ਇੱਕੋ ਇੱਕ ਫੈਕਟਰ ਨਹੀਂ ਆ, ਬਹੁਤ ਸਾਰੇ ਫੈਕਟਰ ਘਰਾਂ ਦੀਆਂ ਕੀਮਤਾਂ ਦੇ ਵਿੱਚ ਹੈਗੇ ਆ। ਪਰ ਇਹਦੇ ਨਾਲ ਇਹ ਜ਼ਰੂਰ ਮੰਨਿਆ ਜਾ ਰਿਹਾ ਕਿ ਕਿਸੇ ਨਾ ਕਿਸੇ ਤਰ੍ਹਾਂ ਜਿਹੜੀ ਇਨਫਲੇਸ਼ਨ ਆ, ਮਹਿੰਗਾਈ ਆ, ਉਹਨੂੰ ਇਹਦੇ ਨਾਲ ਕੰਟਰੋਲ ਕੀਤਾ ਜਾ ਸਕਦਾ। ਅੰਦਾਜ਼ਾ ਅੱਜ ਦੀ ਜਿਹੜੀ ਉਹਨਾਂ ਦੀ ਅਪਡੇਟ ਸੀ ਬੈਂਕ ਆਫ ਕੈਨੇਡਾ ਦੀ, ਇਹਦੇ ਬਾਰੇ ਵੀ ਅਰਥ ਸ਼ਾਸਤਰੀ ਇਹੀ ਲਾ ਰਹੇ ਸੀ। ਤੇ ਹੁਣ ਜਿਹੜੀ ਹੈਗੀ ਆ ਓਵਰਨਾਈਟ ਰੇਟ ਦੀ 2 ਮਾਰਚ ਨੂੰ ਜਿਹੜੀ ਅਪਡੇਟ ਬੈਂਕ ਆਫ ਕੈਨੇਡਾ ਨੇ ਦੇਣੀ ਆ, ਉਹਦੇ ਬਾਰੇ ਵੀ ਇਹ ਅੰਦਾਜ਼ਾ ਲਾਇਆ ਜਾ ਰਿਹਾ ਕਿ ਉਸ ਦਿਨ ਨੂੰ ਇੰਟਰਸਟ ਰੇਟ ਜਿਹੜਾ ਜ਼ਰੂਰ ਵੱਧ ਜਾਣਾ। ਅੱਜ 26 ਜਨਵਰੀ ਹੈ। 26 ਜਨਵਰੀ ਨੂੰ ਭਾਰਤ ਦਾ ਗਣਤੰਤਰ ਦਿਵਸ ਭਾਰਤ ਦੇ ਵਿੱਚ ਮਨਾਇਆ ਜਾਂਦਾ ਤੇ ਦੁਨੀਆ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਦੇ ਉੱਤੇ, ਜਿੱਥੇ ਜਿੱਥੇ ਪ੍ਰਵਾਸੀ ਭਾਰਤੀ ਜਾ ਕੇ ਵਸਿਆ, ਬਹੁਤ ਸਾਰੀਆਂ ਥਾਵਾਂ ਦੇ ਉੱਤੇ ਉਹ ਵੀ ਗਣਤੰਤਰ ਦਿਵਸ ਨੂੰ ਮਨਾਉਂਦੇ ਆ। ਵੈਦਿਕ ਹਿੰਦੂ ਕਲਚਰ ਸੁਸਾਇਟੀ ਆਫ BC 73ਵਾਂ ਰਿਪਬਲਿਕ ਡੇ ਸੈਲੀਬ੍ਰੇਟ ਕਰ ਰਹੀ ਹੈ ਲక్ష్ਮੀ ਨਾਰਾਇਣ ਮੰਦਿਰ ਦੇ ਵਿੱਚ ਐਤਵਾਰ ਜਨਵਰੀ 30 ਨੂੰ। ਜਿਹੜੀ ਇੰਡੋ ਕੈਨੇਡੀਅਨ ਕਮਿਊਨਿਟੀ ਆ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਰਹਿੰਦੀ ਆ, ਹਰ ਸਾਲ ਉੱਥੇ ਇਹ ਦਿਨ ਮਨਾਇਆ ਜਾਂਦਾ ਆ। ਇਸ ਵਾਰੀ ਵੀ ਇਹ ਦਿਨ ਲక్ష్ਮੀ ਨਾਰਾਇਣ ਮੰਦਿਰ ਜਿਹੜਾ ਕਿ 8321 140 ਸਟਰੀਟ ਦੇ ਉੱਤੇ ਹੈਗਾ ਆ, ਉੱਥੇ 30 ਜਨਵਰੀ ਐਤਵਾਰ ਵਾਲੇ ਦਿਨ 11:30 ਵਜੇ ਤੋਂ ਲੈ ਕੇ ਫਿਰ ਅੱਗੇ ਸਾਰਾ ਦਿਨ ਪ੍ਰੋਗਰਾਮ ਕੀਤੇ ਜਾ ਰਹੇ ਆ। ਇਹਨਾਂ ਦੇ ਪ੍ਰਬੰਧਕਾਂ ਦੇ ਨਾਲ ਅਸੀਂ ਖਾਸ ਗੱਲਬਾਤ ਕੀਤੀ ਤੇ ਉਹਨਾਂ ਨੇ ਇਹਦੇ ਬਾਰੇ ਜਾਣਕਾਰੀ ਦਿੱਤੀ। ਅੱਜ 26 ਜਨਵਰੀ ਭਾਰਤ ਦਾ ਗਣਤੰਤਰ ਦਿਵਸ ਜਿੱਥੇ ਭਾਰਤ ਵਿੱਚ ਮਨਾਇਆ ਜਾਂਦਾ, ਉੱਥੋਂ ਭਾਰਤ ਤੋਂ ਬਾਹਰ ਰਹਿੰਦੇ ਭਾਰਤ ਵਾਸੀ ਵੀ 26 ਜਨਵਰੀ ਨੂੰ ਬਹੁਤ ਜੋਸ਼ੋ ਖਰੋਸ਼ ਦੇ ਨਾਲ ਮਨਾਉਂਦੇ ਆ। ਸਰੀ ਦੇ ਵਿੱਚ ਲక్ష్ਮੀ ਨਾਰਾਇਣ ਮੰਦਿਰ ਦੇ ਵਿੱਚ ਗਣਤੰਤਰ ਦਿਵਸ ਹਰ ਸਾਲ ਮਨਾਇਆ ਜਾਂਦਾ, ਇਸ ਸਾਲ ਵੀ ਮਨਾਇਆ ਜਾ ਰਿਹਾ। ਇਹਦੇ ਬਾਰੇ ਅਸੀਂ ਵਿਸਥਾਰ ਦੇ ਵਿੱਚ ਗੱਲਬਾਤ ਕਰਦੇ ਹਾਂ ਪ੍ਰਬੰਧਕਾਂ ਦੇ ਨਾਲ। ਵਿਨੇ ਸ਼ਰਮਾ ਜੀ, ਦੱਸਿਓ ਇਸ ਵਾਰੀ ਕਿਸ ਤਰ੍ਹਾਂ, ਕਦੋਂ ਮਨਾਇਆ ਜਾ ਰਿਹਾ ਔਰ ਕੀ ਇਹਦਾ ਵਿਸਥਾਰ ਹੈ ਜੀ? ਜੀ ਭਾਜੀ, ਸਭ ਤੋਂ ਪਹਿਲਾਂ ਤਾਂ ਚੈਨਲ ਪੰਜਾਬੀ ਦਾ ਧੰਨਵਾਦ, ਤੁਸੀਂ ਕਵਰੇਜ ਵਾਸਤੇ ਆਇਓ। ਆਪਾਂ ਹਰ ਸਾਲ 26 ਜਨਵਰੀ ਵਾਲੇ ਦਿਨ ਗਣਤੰਤਰ ਦਿਵਸ ਕੈਨੇਡਾ ਦੇ ਵਿੱਚ ਮੰਦਿਰ ਦੇ ਵਿੱਚ ਮਨਾਉਂਦੇ ਹਾਂ।
ਉਹਦੇ 2-3 ਕਾਰਨ ਨੇ ਜੀ। ਪਹਿਲਾਂ ਤਾਂ ਇਹ ਵੀ ਅਸੀਂ ਭਾਰਤੀ ਲੋਕ ਹਾਂ, ਜਿੱਥੇ ਮਰਜ਼ੀ ਚਲੇ ਜਾਈਏ ਸਾਨੂੰ ਆਪਣਾ ਦੇਸ਼ ਹਮੇਸ਼ਾ ਯਾਦ ਆਉਂਦਾ। ਔਰ ਭਾਰਤ ਸਭ ਤੋਂ ਵੱਡਾ ਗਣਤੰਤਰ ਹੈ ਦੁਨੀਆ ਦੇ ਵਿੱਚ। ਬਿਲੀਅਨਸ ਦੀ ਗਿਣਤੀ ਦੇ ਵਿੱਚ ਲੋਕ ਰਹਿੰਦੇ ਨੇ ਔਰ ਸਭ ਦੇ ਅਧਿਕਾਰ ਨੇ ਔਰ ਇਕੱਠੇ ਰਹਿੰਦੇ ਨੇ। ਦੇਖੋ ਜਿੰਨੀ ਮਰਜ਼ੀ ਆਪਾਂ ਗੱਲਬਾਤ ਕਰ ਲਈਏ ਕਿ ਭਾਰਤ ਦੇ ਹਰ ਸਟੇਟ ਦੇ ਵਿੱਚ ਵੱਖਰੀਆਂ ਭਾਸ਼ਾਵਾਂ, ਵੱਖਰੇ ਧਰਮ, ਵੱਖਰੇ ਖਾਣੇ, ਵੱਖਰੀ ਪੇਸ਼ਭੂਸ਼ਾ ਆ, ਫਿਰ ਵੀ ਦੇਸ਼ ਇਕੱਠਾ ਆ, ਫਿਰ ਵੀ ਦੇਸ਼ ਤਰੱਕੀ ਕਰ ਰਿਹਾ। ਅਸੀਂ ਕੈਨੇਡਾ 'ਚ ਆਏ ਹਾਂ, ਆਪਣੇ ਦੇਸ਼ ਨੂੰ ਯਾਦ ਕਰਦੇ ਹਾਂ ਅਤੇ ਨਾਲ ਅਸੀਂ ਇਹ ਚਾਹੁੰਦੇ ਹਾਂ ਕਿ ਸਾਡੇ ਬੱਚੇ ਵੀ ਆਪਣੇ ਦੇਸ਼ ਦੇ ਨਾਲ ਕੁਛ ਨਾ ਕੁਛ ਤਾਂ ਜੁੜੇ ਰਹਿਣ। ਸੋ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ, ਹਮ ਬੁਲਬੁਲੇ ਹੈ ਇਸਕੀ ਜੇ ਗੁਲ ਸਿਤਾ ਹਮਾਰਾ। ਸੋ ਸਾਡਾ ਦੇਸ਼ ਹੈ, ਸਭ ਨੂੰ ਆਪਣਾ ਦੇਸ਼ ਵਧੀਆ ਲੱਗਦਾ। ਸੋ ਇਸ ਸਾਲ ਅਸੀਂ 30 ਤਰੀਕ ਨੂੰ ਇੱਥੇ ਕਾਰਿਕ੍ਰਮ ਤਿਆਰ ਕੀਤਾ ਹੋਇਆ। ਔਰ ਇੱਕ ਅੱਛੀ ਗੱਲ ਹੈ ਕਿ ਇਸ ਵਾਰ ਜਿਹੜਾ ਸਾਰਾ ਪ੍ਰੋਗਰਾਮ ਹੈ ਕਸ਼ਮੀਰੀ ਪੰਡਿਤ ਜਿਹੜੇ ਨੇ, ਕਸ਼ਮੀਰੂ ਹਿੰਦੂ ਨੇ, ਉਹ ਔਰਗੇਨਾਈਜ਼ ਕਰਨ ਦੇ ਵਿੱਚ ਸਾਡਾ ਸਹਿਯੋਗ ਦੇ ਰਹੇ ਨੇ। ਔਰ ਅਸੀਂ ਜਿਹੜਾ ਕਸ਼ਮੀਰੀ ਐਕਸੋਡਸ ਹੈ ਕਿ 1990 ਦੇ ਵਿੱਚ ਜਦੋਂ ਕਸ਼ਮੀਰ ਦੇ ਵਿੱਚੋਂ ਹਿੰਦੂ ਪਰਿਵਾਰਾਂ ਨੂੰ ਜਾਣਾ ਪਿਆ, ਉੱਥੇ ਹਾਲਾਤ ਇੰਨੇ ਖਰਾਬ ਹੋ ਗਏ। ਔਰ ਸਭ ਤੋਂ ਦੁੱਖ ਵਾਲੀ ਗੱਲ ਹੈ ਕਿ ਇੰਨੇ ਸਾਲ ਬਾਅਦ ਵੀ ਅੱਜ ਉਹ ਆਪਣੇ ਪਿੰਡਾਂ 'ਚ, ਆਪਣੇ ਘਰਾਂ 'ਚ ਵੈਲਕਮ ਨਹੀਂ ਹੈ। ਉਹਨਾਂ ਦੇ ਘਰ ਜਾਂ ਤਾਂ ਉੱਥੇ ਖਾਲੀ ਪਏ ਨੇ ਜਾਂ ਘਰ ਉਹਨਾਂ ਦੇ ਜਲੇ ਪਏ ਨੇ। ਉਹ ਜੇ ਆਪਣੇ ਘਰ ਵਾਪਸ ਜਾਣਾ ਵੀ ਚਾਹਣ ਫੇਰ ਵੀ ਨਹੀਂ ਜਾ ਚਾਹਦੇ, ਉੱਥੇ ਡਰ ਹੈ, ਖੌਫ ਹੈ। ਸੋ ਉਸੇ ਚੀਜ਼ ਨੂੰ ਲੈ ਕੇ ਉਹ ਇਸ 30 ਤਰੀਕ ਨੂੰ ਮੰਦਿਰ ਦੇ ਇਸ ਗਣਤੰਤਰ ਦਿਵਸ ਦੇ ਪ੍ਰੋਗਰਾਮ 'ਚ ਆ ਰਹੇ ਨੇ ਔਰ ਖਾਣਾ ਬਣਾ ਰਹੇ ਨੇ। ਉਹ ਇੱਕ ਪੋਜ਼ੀਟਿਵ ਤਰੀਕੇ ਨਾਲ ਸਭ ਦਾ ਵੈਲਕਮ ਕਰਨਾ ਚਾਹੁੰਦੇ ਆ ਔਰ ਕਿਤੇ ਨਾ ਕਿਤੇ ਭਾਰਤ ਸਰਕਾਰ ਤੱਕ ਇਹ ਸੁਨੇਹਾ ਵੀ ਪਹੁੰਚਾਉਣਾ ਚਾਹੁੰਦੇ ਆ ਕਿ ਅਸੀਂ ਤਾਂ ਦੇਖੋ ਲੋਕਾਂ ਦੇ ਭਲੇ ਦੀ ਗੱਲ ਕਰਦੇ ਹਾਂ, ਕੈਨੇਡਾ 'ਚ ਬੈਠੇ ਵੀ ਲੋਕਾਂ ਨੂੰ ਖਾਣਾ ਦੇ ਰਹੇ ਹਾਂ, ਲੋਕਾਂ ਨੂੰ ਆਪਣਾ ਜੋੜ ਰਹੇ ਹਾਂ, ਭਾਰਤ ਦੀ ਭੇਸ਼-ਭੂਸ਼ਾ ਜਿਹੜੀ ਆ, ਭਾਰਤ ਦੇ ਲੋਕ ਨੇ ਉਹਨੂੰ ਪ੍ਰਮੋਟ ਕਰ ਰਹੇ ਹਾਂ। ਅਤੇ ਭਾਰਤ ਸਰਕਾਰ ਨੂੰ ਵੀ ਕਿਤੇ ਨਾ ਕਿਤੇ ਇਹਨਾਂ ਲੋਕਾਂ ਬਾਰੇ, ਮਤਲਬ ਉਹਨਾਂ ਬਾਰੇ ਸੋਚਣਾ ਚਾਹੀਦਾ ਅਤੇ ਉਹਨਾਂ ਨੂੰ ਸੁਰੱਖਿਆ ਦੇਣੀ ਚਾਹੀਦੀ ਆ। ਉਹਨਾਂ ਨੂੰ ਆਪਣੇ ਦੇਸ਼ ਦੇ ਵਿੱਚ, ਆਪਣੇ ਘਰ ਦੇ ਵਿੱਚ ਵਾਪਸ ਜਾਣ ਲਈ ਜਿਹੜੀ ਵੀ ਫੈਸਿਲਿਟੀ ਦਿੱਤੀ ਜਾਵੇ ਤਾਂ ਕਿ ਉਹ ਵੈਲਕਮ ਹੋਣ ਆਪਣੇ ਘਰਾਂ 'ਚ, ਆਪਣੇ ਦੇਸ਼ਾਂ 'ਚ। ਇਹ ਪ੍ਰੋਗਰਾਮ ਹੋ ਰਿਹਾ ਜੀ ਸਾਰਾ। ਇਹਦੇ ਨਾਲ ਕੌਮੀ ਤਰਾਨੇ ਗਾਏ ਜਾਣਗੇ ਜੀ। ਜਨ ਗਣ ਮਨ ਦੇ ਨਾਲ ਉਹ ਕੈਨੇਡਾ ਵੀ ਹੋਏਗਾ ਕਿਉਂਕਿ ਕੈਨੇਡਾ 'ਚ ਆਪਾਂ ਰਹਿੰਦੇ ਹਾਂ। ਬਹੁਤ ਸਾਰੇ ਸਿੰਗਰਸ ਆਪਣੇ ਪੈਟਰੀਓਟਿਕ ਸੌਂਗਸ ਪੇਸ਼ ਕਰਨਗੇ। ਬਹੁਤ ਵਧੀਆ ਖਾਣਾ ਤਿਆਰ ਕੀਤਾ ਗਿਆ ਔਰ ਸਾਰੇ ਮੀਡੀਆ ਨੂੰ ਇਨਵਾਈਟ ਕੀਤਾ ਗਿਆ। ਤੁਹਾਨੂੰ ਵੀ ਇਨਵਾਈਟ ਕਰਦੇ ਹਾਂ, ਤੁਸੀਂ ਵੀ ਆਓ ਔਰ ਆਪਾਂ ਰਲ ਮਿਲ ਕੇ ਆਪਣੇ ਦੇਸ਼ ਨੂੰ ਯਾਦ ਕਰੀਏ, ਆਪਣੇ ਦੇਸ਼ ਦੀਆਂ ਉਹ ਚੀਜ਼ਾਂ ਨੂੰ ਯਾਦ ਕਰੀਏ, ਸਾਂਝ ਪਾਈਏ ਔਰ ਕਿਸੇ ਵੀ ਭੇਦ ਤੋਂ ਬਿਨਾਂ ਅਸੀਂ ਸਭ ਨੂੰ ਬੁਲਾ ਰਹੇ ਹਾਂ। ਕੌਂਸਲ ਜਨਰਲ ਆਫ ਇੰਡੀਆ ਆਉਣਗੇ, ਉਹ ਮੁੱਖ ਮਹਿਮਾਨ ਨੇ ਜੀ। ਸਾਡੇ ਇੱਥੋਂ ਦੇ ਲੋਕਲ ਨੁਮਾਇੰਦੇ MP MLA ਵੀ ਆਉਣਗੇ, ਉਹ ਵੀ ਮਹਿਮਾਨ ਆ ਰਹੇ ਨੇ। ਔਰ ਸਾਡੇ ਇੱਥੇ ਹਿੰਦੀ ਸਕੂਲ ਹੈ, ਉਹਦੇ ਬੱਚੇ ਜਿਹੜੇ ਨੇ ਉਹ ਕੌਮੀ ਤਰਾਨਾ ਗਾਉਣਗੇ ਜੀ, ਜਨ ਗਣ ਮਨ। ਕੋਵਿਡ ਦੀਆਂ ਕੀ ਰਿਸਟ੍ਰਿਕਸ਼ਨਸ ਆ, ਇਹਦਾ ਕੀ ਖਿਆਲ ਹੈ ਜੀ? ਡੈਫੀਨੇਟਲੀ ਕੋਵਿਡ ਹੈ ਅਤੇ ਕੋਵਿਡ ਦੇ ਨਾਲ ਰਹਿਣਾ ਪੈਣਾ, ਹੁਣ ਤਾਂ ਜੀਣਾ ਪੈਣਾ। ਕੋਵਿਡ ਲੱਗ ਨਹੀਂ ਰਿਹਾ ਵੀ ਕਿਤੇ ਜਾਏਗਾ। ਸੋ ਇੱਕ ਤਾਂ ਇਹ ਆ ਵੀ ਸਾਰਿਆਂ ਨੂੰ ਬੇਨਤੀ ਹੈ ਔਰ ਸਭ ਨੂੰ ਐਕਚੁਅਲੀ ਪਤਾ ਹੀ ਆ, ਹੁਣ ਤਾਂ ਮਾਸਕ ਪਾ ਕੇ ਆਉਣਾ। ਉਸ ਦਿਨ ਸਾਰਿਆਂ ਨੇ ਮਾਸਕ ਪਾ ਕੇ ਲੋਕ ਆਉਂਦੇ ਵੀ ਆ। ਦੂਜਾ ਇਹ ਆ ਵੀ ਅਸੀਂ ਕਹਿੰਦੇ ਹਾਂ ਕਿ ਡਿਸਟੈਂਸ ਰੱਖੋ। ਉਹ ਲੋਕ ਡਿਸਟੈਂਸ ਐਕਚੁਅਲੀ ਰੱਖ ਰਹੇ ਨੇ। ਹੁਣ ਮੰਦਿਰ ਓਪਨ ਹੈ ਅਤੇ ਇੱਥੇ ਲੋਕਾਂ ਨੂੰ ਖੁਦ ਪਤਾ ਹੈ, ਲੋਕ ਮੇਰੇ ਖਿਆਲ ਹੈ ਆਪਣੀ ਸੇਫਟੀ ਦਾ ਪ੍ਰਬੰਧ ਕਰਕੇ ਹੀ ਆਉਂਦੇ ਨੇ। ਅਸੀਂ ਵੀ ਇੱਥੇ ਮਾਸਕ ਰੱਖੇ ਹੋਏ ਨੇ, ਸੈਨੀਟਾਈਜ਼ਰ ਰੱਖੇ ਹੋਏ ਨੇ। ਇਹ ਤੋਂ ਇਲਾਵਾ ਲਿਖ ਕੇ ਡੋਰ 'ਤੇ ਲਾਇਆ ਵੀ ਜਿਹਦੇ ਟੀਕੇ ਲੱਗੇ ਨਹੀਂ ਉਹ ਨਾ ਆਓ। ਟੀਕੇ 2 ਲੱਗਣੇ ਜ਼ਰੂਰੀ ਆ। ਬੂਸਟਰ ਜਿਹਦੇ 'ਤੇ ਲੱਗਾ ਹੋਰ ਵੀ ਵਧੀਆ ਗੱਲ ਹੈ ਕਿਉਂਕਿ ਜਿਹੜੀ ਟੀਕੇ ਦੀ ਗੱਲਬਾਤ ਹੈ ਵੀ ਆਪਣੀ ਸੁਰੱਖਿਆ ਤਾਂ ਜ਼ਰੂਰੀ ਹੈ, ਦੂਜਿਆਂ ਦੀ ਸੁਰੱਖਿਆ ਵੀ ਓਨੀ ਜ਼ਰੂਰੀ ਹੈ। ਸੋ ਕਿਰਪਾ ਕਰਕੇ ਜਿਹੜੇ ਵੀ ਉਸ ਦਿਨ ਫੰਕਸ਼ਨ 'ਤੇ ਆਉਣਗੇ ਜਾਂ ਵੈਸੇ ਮੰਦਿਰ ਆਉਂਦੇ ਨੇ, 2 ਟੀਕੇ ਲੱਗੇ ਜ਼ਰੂਰੀ ਹੋਣੇ ਚਾਹੀਦੇ। ਸਿਕਿਉਰਿਟੀ ਹੁੰਦੀ ਹੈ, ਸਾਡੇ ਕੋਲ ਚੈੱਕ ਵੀ ਕਰਦੇ ਨੇ ਜੀ ਕਾਰਡ, ਆਪਣੇ ਜਿਹੜੇ ਸਰਟੀਫਿਕੇਟਸ ਮਿਲੇ ਹੋਏ ਨੇ। ਸੋ ਕੋਵਿਡ ਤੋਂ ਬਚਣਾ ਬੜਾ ਜ਼ਰੂਰੀ ਹੈ ਕਿਉਂਕਿ ਅਸੀਂ ਇੱਥੇ ਦੇ ਨਾਗਰਿਕ ਹਾਂ ਔਰ ਪੂਰੀਆਂ ਹਦਾਇਤਾਂ ਜਿਹੜੀਆਂ ਸਾਨੂੰ ਹੈਲਥ ਡਿਪਾਰਟਮੈਂਟ ਦੇ ਰਿਹਾ ਉਹਨੂੰ ਫੋਲੋ ਕਰ ਰਹੇ ਹਾਂ ਜੀ। ਤੁਸੀਂ ਸਾਨੂੰ ਆਪਣੀ ਜਾਣ ਪਛਾਣ ਦਿਓ ਜੀ ਅਤੇ ਨਾਲ ਸਾਨੂੰ ਦੱਸਿਓ ਇਸ ਪ੍ਰੋਗਰਾਮ ਬਾਰੇ ਜੀ। ਸਭ ਤੋਂ ਪਹਿਲਾਂ ਤਾਂ ਜੀ ਮੈਂ ਚੈਨਲ ਪੰਜਾਬੀ ਦਾ, ਮੰਦਰ ਦੀ ਸੁਸਾਇਟੀ ਦਾ, ਵਿਨੇ ਜੀ ਦਾ, ਟਾਈਮਸ ਕੈਨੇਡਾ ਦਾ ਬਹੁਤ ਧੰਨਵਾਦੀ ਹਾਂ ਕਿ ਉਹ ਹਮੇਸ਼ਾ ਹੀ ਇੱਦਾਂ ਦੇ ਉਪਰਾਲੇ ਕਰਦੇ ਰਹਿੰਦੇ ਨੇ। ਮੇਰਾ ਨਾਮ ਬੋਬੀ ਵਾਲੀਆ ਜੀ। ਅਸੀਂ ਬੇਸਿਕਲੀ ਮੈਂ ਇਮੀਗ੍ਰੇਸ਼ਨ ਕੰਸਲਟੈਂਟ ਹਾਂ, ਨਾਲ ਮੌਰਗੇਜ 'ਤੇ ਵੀ ਅਸੀਂ ਕਰਦੇ ਹੈਗੇ ਆ। ਜਿਹੜਾ ਰਿਪਬਲਿਕ ਡੇ ਹੈਗਾ, ਜਿੱਦਾਂ ਵਿਨੇ ਜੀ ਨੇ ਵੀ ਹੁਣ ਦੱਸਿਆ ਹੈਗਾ, ਲਾਸਟ ਟਾਈਮ ਸਾਡੇ ਇੱਥੇ ਪ੍ਰੋਗਰਾਮ ਹੋਏ ਸੀ ਜਦੋਂ ਸਾਡੇ ਕੁਝ ਅਫਗਾਨਿਸਤਾਨ ਤੋਂ ਬੰਦੇ ਇੱਥੇ ਫੈਮਿਲੀਜ਼ ਆਈਆਂ ਹੋਈਆਂ ਸੀਗੀਆਂ। ਐਂਡ ਆਈ ਵਾਜ਼ ਰੀਅਲੀ ਸਰਪ੍ਰਾਈਜ਼ ਟੂ ਸੀ ਕਿ ਉਹਨਾਂ ਲੋਕਾਂ ਨੂੰ ਉੱਥੇ 25 30 ਸਾਲ ਰਹਿੰਦਿਆਂ ਨੂੰ ਹੋ ਗਏ, ਬਟ ਅੱਜ ਵੀ ਉਹਨਾਂ ਲਈ ਆਪਣੇ ਦੇਸ਼ ਪ੍ਰਤੀ ਕਿੰਨਾ ਪਿਆਰ ਸੀਗਾ। ਉਹ ਫਸਟ ਚਾਂਸ ਸੀਗਾ ਕਿ ਮੈਂ ਕਦੀ ਇੱਦਾਂ ਦੇ ਬੰਦਿਆਂ ਨੂੰ ਮਿਲਿਆ ਸੀਗਾ। ਸੋ ਸੇਮ ਵੇ ਕਿ ਅਸੀਂ ਭਾਵੇਂ ਇੰਡੀਆ ਛੱਡ ਦਿੱਤਾ ਹੈਗਾ, ਬਟ ਸਾਡੇ ਦਿਲ ਦੇ ਅੰਦਰੋਂ ਇੰਡੀਆ ਕਦੀ ਵੀ ਨਹੀਂ ਨਿਕਲ ਸਕਦਾ ਹੈਗਾ। ਅਤੇ ਇਹ ਪ੍ਰੋਗਰਾਮ ਸਾਨੂੰ ਇੱਕ ਅਪਰਚੁਨਿਟੀ ਦਿੰਦਾ, ਸਾਡੇ ਬੱਚਿਆਂ ਨੂੰ ਇੱਕ ਅਪਰਚੁਨਿਟੀ ਦਿੰਦਾ ਹੈਗਾ ਆਪਣੀ ਸੰਸਕ੍ਰਿਤੀ ਦੇ ਨਾਲ ਜੁੜਨ ਦਾ, ਭਾਈਚਾਰੇ ਦੇ ਨਾਲ ਮਿਲਣ ਜੁਲਣ ਦਾ। ਔਰ ਅਫਕੋਰਸ ਇਹਦੇ ਨਾਲ ਸਾਡਾ ਜਿਹੜਾ ਆਪਸੀ ਕੌਮੀ ਅਤੇ ਦੇਸ਼ ਪ੍ਰੇਮ ਹੈਗਾ ਉਹ ਵੱਧਦਾ ਹੈਗਾ ਅਤੇ ਅਸੀਂ ਇੱਕ ਦੂਜੇ ਨੂੰ ਜਾਣ ਸਕਦੇ ਹੈਗੇ ਆ। ਅਸੀਂ ਇੱਕ ਦੂਜੇ ਲਈ ਜੋ ਕਰ ਸਕਦੇ ਹੈਗੇ ਆ ਉਹ ਸਾਨੂੰ ਇੱਕ ਅਪਰਚੁਨਿਟੀ, ਇੱਕ ਪਲੇਟਫਾਰਮ ਮਿਲਦਾ ਹੈਗਾ ਕਿ ਅਸੀਂ ਉੱਥੇ ਸ਼ੇਅਰ ਕਰਕੇ, ਇੱਕ ਦੂਜੇ ਦੀ ਮਦਦ ਕਰਕੇ ਇੱਕ ਦੂਜੇ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਦੇ ਹਾਂ। ਇਸ ਉਪਰਾਲਾ ਜਿਹੜਾ ਹੈਗਾ, ਇਟਸ ਨਾਟ ਓਨਲੀ ਅਬਾਊਟ ਕਿ ਕੋਈ ਕਿਸੇ ਨੂੰ ਕੈਰੀਅਰ ਵਾਈਜ਼ ਜਾਂ ਫਾਈਨੈਂਸ਼ੀਅਲ ਵਾਈਜ਼ ਦਿੰਦਾ, ਬਟ ਇਟ ਗਿਵਸ ਯੂ ਅ ਲੋਟ ਆਫ ਮੋਟੀਵੇਸ਼ਨਲ ਸਪੋਰਟ ਆਲਸੋ। ਸੋ
ਇਹਦੇ ਨਾਲ ਹੀ ਅਸੀਂ ਧੰਨਵਾਦ ਕਰਦੇ ਹਾਂ ਅਗੇਨ ਸਾਰਿਆਂ ਦਾ ਕਿ ਉਹਨਾਂ ਨੇ ਇਹ ਪ੍ਰੋਗਰਾਮ ਇੱਥੇ ਆਰਗੇਨਾਈਜ਼ ਕੀਤਾ ਹੈਗਾ। ਬੱਚਿਆਂ ਦੇ ਪ੍ਰੋਗਰਾਮ ਇੱਥੇ ਹੋਣਗੇ, ਬੱਚਿਆਂ ਦੀ ਪ੍ਰਤੀਯੋਗਤਾ ਜਿਹਨੂੰ ਆਪਾਂ ਪਾਰਟਿਸਪੇਸ਼ਨ ਵਗੈਰਾ ਵੀ ਹੋਏਗੀ। ਅਤੇ ਸਾਡੇ ਵੱਲੋਂ ਸਾਰਿਆਂ ਨੂੰ, ਸਾਰੀ ਕਮਿਊਨਿਟੀ ਨੂੰ ਇੱਕ ਅਪੀਲ ਹੈ ਕਿ ਪਲੀਜ਼ ਡੂ ਕਮ ਅਟੈਂਡ ਦਿਸ ਪ੍ਰੋਗਰਾਮ। ਆਫ ਕੋਰਸ ਜਿੱਦਾਂ ਇਹਨਾਂ ਨੇ ਕਿਹਾ ਕਿ ਕੋਵਿਡ ਦੀਆਂ ਜਿਹੜੀ ਰਿਸਟ੍ਰਿਕਸ਼ਨਸ ਨੇ ਉਹਨਾਂ ਦਾ ਪਲੀਜ਼ ਬਹੁਤ ਜ਼ਿਆਦਾ ਧਿਆਨ ਰੱਖੋ ਸੋ ਦੈਟ ਆਪਾਂ ਆਪਣੇ ਆਪ ਨੂੰ ਅਤੇ ਸਾਰੀ ਕੌਮ ਨੂੰ ਸੁਰੱਖਿਅਤ ਰੱਖ ਸਕੀਏ। ਬਹੁਤ ਬਹੁਤ ਮਿਹਰਬਾਨੀ ਜੀ, ਸ਼ੁਕਰੀਆ ਜੀ। ਅੱਜ ਕੈਨੇਡਾ ਦੇ ਹੈਲਥ ਸਿਸਟਮ ਬਾਰੇ ਵੀ ਗੱਲਬਾਤ ਹੁੰਦੀ ਰਹੀ। ਗੱਲਬਾਤ ਹੋਣ ਦਾ ਕਾਰਨ ਅਲਬਰਟਾ ਹੈਲਥ ਸਰਵਿਸਿਜ਼ ਦੁਆਰਾ ਸਾਂਝੀ ਕੀਤੀ ਇੱਕ ਜਾਣਕਾਰੀ ਸੀ, ਜਿਹਦੇ ਵਿੱਚ ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਪਿਛਲੇ ਦਿਨੀ ਅਲਬਰਟਾ ਦਾ ਸ਼ਹਿਰ ਰੈੱਡ ਡੀਰ ਦੇ ਵਿੱਚ ਇੱਕ ਐਮਰਜੈਂਸੀ ਵਾਰਡ ਦੇ ਵਿੱਚ ਮਰੀਜ਼ ਉਡੀਕ ਕਰ ਰਿਹਾ ਆਪਣੀ ਟ੍ਰੀਟਮੈਂਟ ਦੀ, ਅਤੇ ਉਹਦੀ ਜਾਨ ਚਲੀ ਜਾਂਦੀ ਆ ਉਸੇ ਹਸਪਤਾਲ ਦੇ ਵਿੱਚ, ਐਮਰਜੈਂਸੀ ਵਾਰਡ ਦੇ ਵਿੱਚ। ਪੇਸ਼ੈਂਟ ਦੱਸਦੇ ਆ ਕਿ ਉਹਨੂੰ ਦੇਖਿਆ ਗਿਆ, ਰੀਅਸੈਸ ਕੀਤਾ ਗਿਆ ਐਮਰਜੈਂਸੀ ਡਿਪਾਰਟਮੈਂਟ ਨੇ। ਉਹਦੇ ਤੋਂ ਬਾਅਦ ਉਹ ਆਪਣੀ ਅੱਗੇ ਕੇਅਰ ਦੇ ਲਈ ਉਡੀਕ ਕਰ ਰਿਹਾ ਸੀ। ਉਸੇ ਐਮਰਜੈਂਸੀ ਡਿਪਾਰਟਮੈਂਟ ਦੇ ਵਿੱਚ ਅਲਬਰਟਾ ਹੈਲਥ ਸਰਵਿਸਿਜ਼ ਦੇ ਸਪੋਕਸਮੈਨ ਨੇ ਕੈਰੀ ਵਿਲੀਅਮਸਨ, ਉਹਨਾਂ ਨੇ ਇਹ ਕੱਲ੍ਹ ਜਾਣਕਾਰੀ ਦਿੱਤੀ ਆ ਕਿ ਉਸ ਵੇਲੇ ਐਮਰਜੈਂਸੀ ਡਿਪਾਰਟਮੈਂਟ ਦੇ ਵਿੱਚ ਸਾਰਾ ਸਟਾਫ ਪੂਰਾ ਸੀ, ਕਿਉਂਕਿ ਬਹੁਤ ਵਾਰੀ ਇਹ ਗੱਲਬਾਤ ਕੀਤੀ ਜਾਂਦੀ ਹੈ ਸਟਾਫ ਦੀ ਸ਼ਾਰਟੇਜ ਕਰਕੇ ਮਰੀਜ਼ਾਂ ਨੂੰ ਅਟੈਂਡ ਨਹੀਂ ਕੀਤਾ ਜਾਂਦਾ। ਪਿਛਲੇ ਦਿਨੀ ਬ੍ਰਿਟਿਸ਼ ਕੋਲੰਬੀਆ ਦਾ ਸ਼ਹਿਰ ਸਰੀ ਅਤੇ ਸਰੀ ਦਾ ਹਸਪਤਾਲ, ਸਰੀ ਮੈਮੋਰੀਅਲ ਹਸਪਤਾਲ ਦੀ ਇੱਕ ਘਟਨਾ ਸਾਹਮਣੇ ਆਈ ਸੀ, ਜਿਹਦੇ ਮੈਟਰਨਿਟੀ ਵਾਰਡ ਦੇ ਵਿੱਚ ਇੱਕ ਔਰਤ ਨੇ ਉਸ ਰੂਮ ਦੇ ਅੰਦਰ ਜਾਣ ਤੋਂ ਪਹਿਲਾਂ ਬਾਹਰ ਖੜੀ ਨੇ ਬੱਚੇ ਨੂੰ ਜਨਮ ਦੇ ਦਿੱਤਾ ਸੀ, ਅਤੇ ਉਹ ਬੱਚਾ ਅਤੇ ਮਾਂ ਦੋਵੇਂ ਠੀਕ ਠਾਕ ਸੀ। ਉਹਦੇ ਤੋਂ ਬਾਅਦ ਕਿੰਨੀਆਂ ਇੱਦਾਂ ਦੀਆਂ ਗੱਲਾਂ ਬਾਤਾਂ ਸਾਹਮਣੇ ਆਈਆਂ ਕਿ ਜਿਹਦੇ ਵਿੱਚ ਮਰੀਜ਼ਾਂ ਨੂੰ ਵਾਪਸ ਘਰ ਭੇਜ ਦਿੱਤਾ ਜਾਂਦਾ, ਉਹਨਾਂ ਦੀ ਟ੍ਰੀਟਮੈਂਟ ਨਹੀਂ ਕੀਤੀ ਜਾਂਦੀ। ਉਹਦਾ ਕਾਰਨ ਦੱਸਿਆ ਜਾ ਰਿਹਾ ਕਿ ਸਟਾਫ ਦੀ ਸ਼ਾਰਟੇਜ ਜਾਂ ਜਿਹੜੇ ਬੈੱਡਸ ਆ ਉਹਨਾਂ ਦੀ ਘਾਟ। ਹੁਣ ਜਦੋਂ ਅਲਬਰਟਾ ਦੇ ਰੈੱਡ ਡੀਰ ਸ਼ਹਿਰ ਤੋਂ ਇਹ ਖਬਰ ਆ ਰਹੀ ਆ ਕਿ ਉਸ ਸ਼ਹਿਰ ਦੇ ਹਸਪਤਾਲ ਦੇ ਵਿੱਚ ਐਮਰਜੈਂਸੀ ਵਾਰਡ ਦੇ ਵਿੱਚ ਮਰੀਜ਼ ਦੀ ਮੌਤ ਹੋ ਜਾਂਦੀ ਜਿਹੜਾ ਵਾਰੀ ਦੀ ਉਡੀਕ ਕਰ ਰਿਹਾ, ਤਾਂ ਇਹਦੇ ਨਾਲ ਵੀ ਬਹੁਤ ਸਾਰੇ ਸਵਾਲ ਉੱਠਣੇ ਸ਼ੁਰੂ ਹੋ ਗਏ ਆ। ਹਾਲਾਂਕਿ ਇਹਦੇ ਬਾਰੇ ਡਿਟੇਲ ਕੋਈ ਨਹੀਂ ਆਈ ਕਿ ਉਹਨੂੰ ਬਿਮਾਰੀ ਕੀ ਸੀਗੀ, ਕਿਹੜੇ ਸਰਕਮਸਟੈਂਸਸ ਸੀਗੇ ਇਸ ਰੈੱਡ ਡੀਰ ਰੀਜਨਲ ਹਸਪੀਟਲ ਸੈਂਟਰ ਦੇ ਵਿੱਚ ਹੋਈ ਮੌਤ ਦੀ। ਜਾਣਕਾਰੀ ਕੱਲ੍ਹ ਸਾਂਝੀ ਕੀਤੀ ਗਈ ਮੌਤ, ਪਰ ਕਹਿੰਦੇ ਸੰਡੇ ਮਾਰਨਿੰਗ ਨੂੰ, ਐਤਵਾਰ ਨੂੰ ਸਵੇਰ ਵੇਲੇ ਹੋ ਗਈ ਸੀ। ਇਹਦਾ ਰਿਵਿਊ ਕੀਤਾ ਜਾ ਰਿਹਾ। ਇਹ ਵੀ ਮੰਨਣ, ਇਹ ਘੱਟੋ ਘੱਟ ਅਜੇ ਇਹ ਮੌਤ ਦਾ ਕਾਰਨ ਕੀ ਸੀ, ਕੀ ਉਹਨੂੰ ਅਟੈਂਡ ਨਹੀਂ ਕੀਤਾ ਗਿਆ, ਕਿ ਅਚਾਨਕ ਉਹਨੂੰ ਕੋਈ ਇਸ ਤਰ੍ਹਾਂ ਦੀ ਸਮੱਸਿਆ ਆ ਗਈ ਤਾਂ ਇਹ ਦੁਰਘਟਨਾ ਵਾਪਰ ਗਈ। ਪਰ ਇੰਨੀ ਗੱਲਬਾਤ ਅਲਬਰਟਾ ਹੈਲਥ ਸਰਵਿਸਿਜ਼ ਇਹ ਮੰਨ ਰਿਹਾ ਹੈ ਕਿ ਵੇਟ ਟਾਈਮ ਬਹੁਤ ਜ਼ਿਆਦਾ ਆ, ਖਾਸ ਕਰ ਵੀਕਐਂਡਸ ਦੇ ਉੱਤੇ, ਕਿਉਂਕਿ ਮਰੀਜ਼ਾਂ ਦੀ ਗਿਣਤੀ, ਬਿਮਾਰ ਲੋਕ ਜਿਹੜੇ ਨੇ ਬਹੁਤ ਜ਼ਿਆਦਾ ਇੱਥੇ ਆ ਰਹੇ ਆ। ਉਹ ਕਹਿੰਦੇ ਸਾਨੂੰ ਨਹੀਂ ਪਤਾ ਕਿ ਇਹ ਮੌਤ ਉਸ ਵੇਟ ਟਾਈਮ ਕਰਕੇ ਹੋਈ ਆ ਰੈੱਡ ਡੀਰ ਦੇ ਐਮਰਜੈਂਸੀ ਡਿਪਾਰਟਮੈਂਟ ਦੇ ਵਿੱਚ, ਜਾਂ ਕਾਰਨ ਕੋਈ ਹੋਰ ਸੀ। ਪਰ ਇੰਨੀ ਗੱਲ ਉਹ ਕਹਿੰਦੇ ਮੰਨਦੇ ਆ ਕਿ ਸਾਡੇ ਕੋਲ ਲੋਕਾਂ ਦੀ, ਮਰੀਜ਼ਾਂ ਦੀ ਗਿਣਤੀ ਜ਼ਿਆਦਾ ਆ, ਖਾਸ ਕਰ ਵੀਕਐਂਡ ਦੇ ਉੱਤੇ ਸਾਡੇ ਕੋਲੋਂ ਲੋਡ ਸਾਂਭਿਆ ਨਹੀਂ ਜਾਂਦਾ। ਬਹੁਤ ਸਾਰੇ ਜਿਹੜੇ ਰੈੱਡ ਅਲਰਟਸ ਜਾਰੀ ਕੀਤੇ ਜਾਂਦੇ ਆ ਉੱਥੇ। ਰੈੱਡ ਅਲਰਟਸ ਦਾ ਮਤਲਬ ਇਹ ਆ ਕਿ ਮਰੀਜ਼ ਕਾਲ ਕਰ ਰਿਹਾ ਅਤੇ ਐਂਬੂਲੈਂਸ ਹੈ ਨਹੀਂ। ਅਲਬਰਟਾ ਦੇ ਵਿੱਚ ਜਿਹੜੇ ਰਿਕਾਰਡ 1377 ਲੋਕ ਹਸਪਤਾਲ ਦੇ ਵਿੱਚ ਕੋਵਿਡ-19 ਕਰਕੇ ਆ, ਅਤੇ ਐਮਰਜੈਂਸੀ ਵਾਰਡਸ ਜਿਹੜੇ ਆ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਵੇਟਿੰਗ ਟਾਈਮ, ਜਿਹਦਾ ਮਤਲਬ ਇਹ ਆ ਕਿ ਐਂਬੂਲੈਂਸ ਉੱਥੇ ਇੱਕ ਖਾਸ ਸਮੇਂ ਦੇ ਉੱਤੇ ਅਵੇਲੇਬਲ ਨਹੀਂ ਹੁੰਦੀ ਜਦੋਂ ਕਿ ਰੈੱਡ ਅਲਰਟ ਦਿੱਤਾ ਜਾਂਦਾ, ਅਤੇ ਇੱਦਾਂ ਦੇ ਰੈੱਡ ਅਲਰਟ ਕਈ ਵਾਰੀ ਦਿੱਤੇ ਜਾਂਦੇ ਆ। ਸੋ ਹੁਣ ਇਹ ਮਾਮਲਾ, ਇਸ ਮਾਮਲੇ ਨੇ ਆਪਣੇ ਆਪ ਦੇ ਵਿੱਚ ਜਿਹੜੀ ਬਹੁਤ ਸਾਰੇ ਸਵਾਲ ਚੱਕਣੇ ਸ਼ੁਰੂ ਕਰ ਦਿੱਤੇ ਆ। ਕੈਨੇਡਾ ਦਾ ਹੈਲਥ ਸਿਸਟਮ ਦੁਨੀਆ ਦੇ ਬਿਹਤਰੀਨ ਹੈਲਥ ਸਿਸਟਮ ਦੇ ਵਿੱਚ ਆਉਂਦਾ। ਕੋਈ ਵੀ ਹੈਲਥ ਸਿਸਟਮ ਫੂਲ ਪ੍ਰੂਫ ਨਹੀਂ ਹੋ ਸਕਦਾ, ਕਿਸੇ ਵੀ ਥਾਂ ਦੇ ਉੱਤੇ ਇੱਦਾਂ ਨਹੀਂ ਹੋ ਸਕਦਾ ਕਿ ਕੋਈ ਦੁਰਘਟਨਾ ਵਾਪਰੇ ਹੀ ਨਾ। ਪਰ ਜੇ ਕੈਨੇਡਾ ਵਰਗੇ ਦੇਸ਼ ਦੇ ਵਿੱਚ ਇੱਕ ਅੱਧੀ ਵੀ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਆ ਤਾਂ ਉਹਦਾ ਪੂਰਾ ਰਿਵਿਊ ਕੀਤਾ ਜਾਂਦਾ, ਉਹਦੇ ਉੱਤੇ ਪੂਰੀ ਜਿਹੜੀ ਇਸ ਵੇਲੇ ਇਨਵੈਸਟੀਗੇਸ਼ਨ ਹੋ ਰਹੀ ਆ ਕਿ ਇਹਦਾ ਕਾਰਨ ਕੀ ਸੀ। ਆਉਣ ਵਾਲੇ ਸਮੇਂ ਦੇ ਵਿੱਚ ਇਹ ਗੱਲਬਾਤ ਸਾਹਮਣੇ ਆਊਗੀ ਕਿ ਇਸ ਵਿਅਕਤੀ ਦੀ ਮੌਤ ਕਿਉਂ ਹੋਈ, ਕੀ ਇਸ ਵਿਅਕਤੀ ਦੀ ਮੌਤ ਦਾ ਕਾਰਨ ਐਮਰਜੈਂਸੀ ਵਾਰਡਸ ਦੇ ਵਿੱਚ ਲੰਬੀ ਉਡੀਕ ਆ, ਜਾਂ ਉਹਨੂੰ ਕੋਈ ਇਸ ਤਰ੍ਹਾਂ ਦੀ ਬਿਮਾਰੀ ਸੀ। ਜਦੋਂ ਹੀ ਇਸ ਤਰ੍ਹਾਂ ਦੀ ਕੋਈ ਗੱਲਬਾਤ ਸਾਹਮਣੇ ਆਉਂਦੀ ਹੈ ਤਾਂ ਫਿਰ ਉਹਦੇ ਉੱਤੇ ਕਾਰਵਾਈ ਨਿਸ਼ਚਿਤ ਤੌਰ ਤੇ ਕੀਤੀ ਜਾਏਗੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।